स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी, दोनों ਨੂੰ जी आया। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਬੜੇ ਅਹਿਮ ਦਿਨ 'ਚ ਖੜੇ ਹਾਂ। ਹੁਣ ਤੋਂ ਥੋੜੀ ਦੇਰ ਬਾਅਦ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਆਪਣੇ ਬਿਜ਼ਨਸ ਨਾਲ ਸ਼ੁਰੂ ਹੋਊਗਾ ਔਰ ਬਿਜ਼ਨਸ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਡਿਸਕਸ਼ਨ, ਚਰਚਾ, ਡਿਬੇਟ ਜੇ ਹੁੰਦੀ ਆ ਤਾਂ ਉਹ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਹੋਊਗੀ ਔਰ ਇਹ ਦਾ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਅਮੈਂਡਮੈਂਟ ਵਾਲਾ ਨਵਾਂ ਐਕਟ ਆਊਗਾ। ਹੁਣ ਇਹ ਬਹੁਤ ਅਹਿਮ ਸਵਾਲ ਹੈ ਕਿ ਜਦੋਂ ਤੁਸੀਂ ਪਹਿਲੇ ਐਕਟ ਦੀ ਸੋਧ ਕਰ ਰਹੇ ਹੋ, ਉਹਨੂੰ ਅਮੈਂਡ ਕਰ ਰਹੇ ਹੋ, ਤਾਂ ਇਹਦੀ ਤਸਵੀਰ ਕੀ ਬਣ ਰਹੀ ਹੈ। ਅਮੂਮਨ ਸਰਕਾਰਾਂ ਬਚਦੀਆਂ ਰਹੀਆਂ ਧਾਰਮਿਕ ਕੰਮਾਂ 'ਚ ਦਖਲ ਦੇਣ ਤੋਂ, ਅਮੂਮਨ ਸਰਕਾਰਾਂ ਪਾਸਿਓਂ ਦੀ ਲੰਘ ਜਾਂਦੀਆਂ ਰਹੀਆਂ, ਸਿੱਖ ਮਾਮਲਿਆਂ 'ਚ ਬਹੁਤਾ ਦਖਲ ਨਹੀਂ ਦਿੰਦੀਆਂ ਰਹੀਆਂ, ਭਾਵੇਂ ਕੇਂਦਰ ਦੀਆਂ ਹੋਣ ਜਾਂ ਪੰਜਾਬ ਦੀਆਂ, ਔਰ ਜਿੰਨੇ ਵੀ ਦਿੱਤਾ ਉਹ ਆਲੋਚਨਾ ਦਾ ਸ਼ਿਕਾਰ ਹੋਇਆ। ਮੈਂ ਇੱਥੇ ਕਲੀਅਰ ਕਰ ਦਿਆਂ ਕਿ ਮੈਂ ਵੀ ਉਹਨਾਂ ਭੁਗਤ ਭੋਗੀਆਂ 'ਚ ਸ਼ਾਮਲ ਹੈ ਜਿਹਨੇ ਕਦੇ ਇਹ ਤਜਰਬਾ ਕਰਕੇ ਦੇਖਿਆ ਕਿ ਦਰਬਾਰ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੋਂ ਤੁਸੀਂ ਕੁਝ ਕੰਟੈਂਟ ਲੈ ਕੇ ਉਹਨੂੰ ਪਬਲਿਸ਼ ਕਰੋ, ਇਹ ਸੋਚ ਕੇ ਕਿ ਐਵੇਂ ਤਾਂ ਨਹੀਂ ਲੋਕ ਕਹਿੰਦੇ, ਔਰ ਉਹ ਸਟ੍ਰਾਈਕ ਤੁਰੰਤ ਤੁਹਾਨੂੰ ਆ ਜਾਂਦੀ ਆ, ਔਰ ਉਹ ਸਟ੍ਰਾਈਕ ਜਿਨ੍ਹਾਂ ਵੱਲੋਂ ਆਉਂਦੀ ਆ ਉਹਨਾਂ ਨਾਲ ਸੰਬੰਧਿਤ ਤੇ ਵਿਵਾਦ ਹੈ। ਸੋ ਅਸੀਂ ਮੁੱਖ ਮੰਤਰੀ ਦੀ ਇਸ ਮੂਵ ਨਾਲ ਭਾਵਨਾਤਮਕ ਤੌਰ ਤੇ ਸਾਰੇ ਸਹਿਮਤ ਹਾਂ, ਪਰ ਸਿਧਾਂਤਕ ਤੌਰ ਤੇ ਇਹਨੂੰ ਦੇਖਣਾ ਬਣਦਾ ਹੈ। ਮੈਂ ਸਭ ਤੋਂ ਪਹਿਲਾਂ ਇਹਦਾ ਜ਼ਿਕਰ ਕਰੂੰਗਾ ਕਿ ਥੋੜੀ ਦੇਰ ਬਾਅਦ ਜਿਹੜਾ ਸੋਧਿਆ ਹੋਇਆ ਐਕਟ ਆ ਰਿਹਾ, ਜਿਹਨੂੰ ਕਿਹਾ ਜਾ ਰਿਹਾ ਕਿ ਸਿੱਖ ਗੁਰਦੁਆਰਾ ਅਮੈਂਡਮੈਂਟ ਐਕਟ 2023 ਦੇ ਨਾਂ ਥੱਲੇ ਇਹ ਆਊਗਾ, ਔਰ ਜਿਹੜਾ ਪਾਰਲੀਮੈਂਟ ਵਿੱਚ ਪਾਸ ਹੋਇਆ ਬਿੱਲ ਆ, ਜਿਹੜਾ ਪਹਿਲਾਂ ਵਿਧਾਨ ਸਭਾ ਦੇ ਵਿੱਚ ਅਖੰਡ ਭਾਰਤ ਦੇ ਦੌਰਾਨ ਪੰਜਾਬ ਅਸੈਂਬਲੀ 'ਚ ਪਾਸ ਹੋਇਆ 1925 ਦੇ ਵਿੱਚ, ਉਹ ਐਕਟ ਆ ਦਾ ਸਿੱਖ ਗੁਰਦੁਆਰਾਜ਼ ਐਕਟ 1925, ਜਿਹੜਾ ਸ਼੍ਰੋਮਣੀ ਕਮੇਟੀ ਨੂੰ ਅਖਤਿਆਰਾਤ ਦਿੰਦਾ ਹੈ, ਔਰ ਉਹਦੀ 125 ਧਾਰਾ, ਉਹਦੀ ਅੱਗੇ 125 ਧਾਰਾ ਜਿਹੜੀ ਉਹਨਾਂ ਨੂੰ ਉਹਨਾਂ ਦੀਆਂ ਡਿਊਟੀਜ਼, ਇਹ ਬੜਾ ਕਲੀਅਰ ਲਿਖਿਆ ਹੈ ਕਿ ਪਾਵਰਸ ਐਂਡ ਡਿਊਟੀਜ਼ ਆਫ ਦਾ ਬੋਰਡ, ਮਤਲਬ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੂੰ ਜਿਹੜਾ ਅਖਤਿਆਰ ਦਿੰਦਾ ਹੈ ਕੰਮਕਾਜ ਕਰਨ ਦੇ, ਇਹ 125 ਧਾਰਾ 125 ਮੱਧ 125 ਆਰਟੀਕਲ ਦੇ ਤਹਿਤ ਦਿੰਦਾ ਹੈ। ਅੱਜ ਜਿਹੜੀ ਸੋਧ ਆ ਰਹੀ ਆ ਉਹਦੇ ਵਿੱਚ 125 ਏ ਮੱਧ ਆ ਰਹੀ, ਨਵੀਂ ਆਰਟੀਕਲ 125 ਏ ਆ ਰਿਹਾ, ਜਿਹਦੇ ਤਹਿਤ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਹੁੰਦੀ ਗੁਰਬਾਣੀ, ਉਹਦੇ ਰਾਈਟਸ ਉਹ ਸਾਰਿਆਂ ਲਈ ਫ੍ਰੀ ਕਰਨ ਦਾ ਮਾਮਲਾ ਹੈ ਔਰ ਉਹਦੇ ਕੋਈ ਪੈਸੇ ਨਹੀਂ ਲਏ ਜਾਣਗੇ। ਇਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਇਹ ਜਿਹੜਾ ਇਹਦੇ ਤਹਿਤ ਹਰੇਕ ਮੀਡੀਆ ਹਾਊਸ ਨੂੰ ਫ੍ਰੀ ਟੂ 에ਅਰ ਗੁਰਬਾਣੀ ਪ੍ਰਸਾਰਣ ਦੇ ਅਖਤਿਆਰ ਹੋਣਗੇ, ਔਰ ਉਹਦੇ ਵਿੱਚ ਰਾਈਡਰ ਲਾਇਆ ਗਿਆ ਕਿ ਉਤੋਂ ਪ੍ਰਸਾਰਣ ਤੋਂ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਤੁਸੀਂ ਕਿਸੇ ਤਰ੍ਹਾਂ ਦਾ ਵੀ ਇਸ਼ਤਿਹਾਰ ਨਹੀਂ ਚਲਾ ਸਕੋਗੇ। ਇਹ ਤਾਂ ਹੈ ਐਕਟ ਦੀ ਗੱਲ, ਔਰ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਡਿਊਟੀ ਬਾਉਂਡ ਹੋ ਜਾਏਗੀ। ਐਕਟ ਵਿੱਚ ਸੋਧ ਜਿਹੜੀ ਕਿ ਕੱਲ ਮੁੱਖ ਮੰਤਰੀ ਸਾਹਿਬ ਬੜੇ ਕਲੀਅਰਲੀ ਹੁੱਬ ਕੇ ਕਹਿ ਰਹੇ ਸੀਗੇ ਕਿ ਸੁਪਰੀਮ ਕੋਰਟ ਨੇ ਕਲੀਅਰ ਕਰਤਾ ਹੈ ਕਿ ਇਹ ਸਟੇਟ ਦੀ ਯੂਰਿਡਿਕਸ਼ਨ ਹੈ, ਸਟੇਟ ਕਰ ਸਕਦਾ ਹੈ, ਔਰ ਇਹ ਜ਼ਰੂਰੀ ਨਹੀਂ ਕਿ ਪਾਰਲੀਮੈਂਟ 'ਚ ਜਾਣਾ ਹੈ, ਅਸੀਂ ਕਰ ਸਕਦੇ ਹਾਂ। ਸੋ ਉਹ 1925 ਦੇ ਐਕਟ ਨੂੰ ਸੋਧ ਕੇ ਉਹਦੇ ਵਿੱਚ 125 ਏ ਆਰਟੀਕਲ ਲਿਆ ਕੇ ਸਾਰਿਆਂ ਨੂੰ ਅਖਤਿਆਰ ਦੇ ਰਹੇ ਆ, ਜਿਹਨੂੰ ਮੰਨਣ ਲਈ ਸ਼੍ਰੋਮਣੀ ਕਮੇਟੀ ਡਿਊਟੀ ਬਾਉਂਡ ਹੋਏਗੀ। ਵੱਖਰੀ ਗੱਲ ਆ ਕਿ ਇਹ ਚੈਲੰਜ ਹੋਵੇ ਕੋਰਟਾਂ 'ਚ ਅੱਗੇ ਜਾਵੇ, ਇਹ ਜੇ ਐਕਟ ਅੱਗੇ ਜਾ ਕੇ ਗਵਰਨਰ ਤੋਂ ਰਾਸ਼ਟਰਪਤੀ ਵੱਲ ਜਾਂਦਾ ਹੈ, ਇਹ ਕੀ ਬਣਦਾ, ਇਹ ਅਗਲੀਆਂ ਗੱਲਾਂ ਨੇ। ਪਰ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਕੀ ਇਸ ਤੋਂ ਬਾਅਦ ਮੈਂ ਇਹਦੇ ਨਾਲ ਖੁਸ਼ ਹਾਂ, ਆਮ ਸਿੱਖ ਖੁਸ਼ ਹੈ, ਮੁੱਖ ਮੰਤਰੀ ਨੂੰ ਬਹੁਤ ਸ਼ਾਬਾਸ਼ ਮਿਲ ਰਹੀ ਹੋਊਗੀ, ਸੋਸ਼ਲ ਮੀਡੀਆ ਤੇ ਬਹੁਤ ਬਿਹਤਰ ਕੰਪੇਨ ਹੋਊਗੀ, ਪਰ ਸਭ ਤੋਂ ਵੱਡਾ ਮਾਮਲਾ ਕਿ ਕੀ ਇਹਦੇ ਨਾਲ ਸਿੱਖ ਮਸਲਿਆਂ 'ਚ, ਧਾਰਮਿਕ ਮਸਲਿਆਂ 'ਚ ਦਖਲ ਦਾ ਰਾਹ ਨਹੀਂ ਖੁੱਲ ਰਿਹਾ। ਮੁੱਖ ਮੰਤਰੀ ਆਪਣੇ ਆਪ ਨੂੰ ਲਿਮਟ ਕਰ ਸਕਦੇ ਨੇ, ਉਹਨਾਂ ਨੇ ਬਿਲਕੁਲ ਇਹ ਤੋਂ ਅੱਗੇ ਨਹੀਂ ਜਾਣਗੇ, ਉਹ ਬਤੌਰ ਸਿੱਖ ਨਹੀਂ ਦਖਲ ਦੇਣਗੇ, ਮੰਨ ਲੈਨੇ ਇੱਕ ਪਲ ਲਈ। ਪਰ ਇਸ ਗੱਲ ਦੀ ਕੀ ਗਰੰਟੀ ਹੈ ਕਿ ਇਸ ਤੋਂ ਬਾਅਦ ਅਗਲੀਆਂ ਸਰਕਾਰਾਂ ਜਾਂ ਇਸੇ ਸਰਕਾਰ 'ਚ ਕੋਈ ਅਗਲੇ ਲੋਕ ਇਸ ਤਰ੍ਹਾਂ ਨਹੀਂ ਕਰਨਗੇ? ਕੀ ਕੱਲ ਨੂੰ ਫਿਰ ਨਵੀਂ ਅਮੈਂਡਮੈਂਟ ਦੇ ਤਹਿਤ ਸਹਿਜਧਾਰੀਆਂ ਨੂੰ ਵੋਟ ਦਾ ਅਖਤਿਆਰ ਦੇਣ ਦਾ ਹੱਕ ਵੀ ਪੰਜਾਬ ਅਸੈਂਬਲੀ ਕੋ ਚਲੇ ਜਾਏਗਾ, ਕਿਸੇ ਸਰਕਾਰ ਕੋ ਜਿਹੜੀ ਬਹੁਤ ਸੰਮਤੀ ਨਾਲ ਹੋਏਗੀ ਉਹਦੇ ਕੋ ਚਲ ਜਾਏਗਾ? ਸ਼੍ਰੋਮਣੀ ਕਮੇਟੀ ਦੀ ਚੋਣ ਕਿਵੇਂ ਹੋਣੀ ਆ, ਇਹਦਾ ਅਖਤਿਆਰ ਉਹਨਾਂ ਕੋ ਜਾਊਗਾ। ਲੇਕਿਨ ਇਸ ਤੋਂ ਵੀ ਵੱਡੀ ਗੱਲ ਕਿ ਅੱਜ ਤੱਕ ਰੌਲਾ ਪੈਂਦਾ ਆ ਰਿਹਾ ਕਿ ਸ਼੍ਰੋਮਣੀ ਕਮੇਟੀ ਤਖਤਾਂ ਦੇ ਜਥੇਦਾਰ ਸਾਹਿਬਾਨ ਲਈ ਸ਼ਰਤਾਂ ਤੇ ਨਿਯਮ ਤੈਅ ਕਰੇ, ਤੇ ਕੱਲ ਨੂੰ ਕੀ ਆਰਟੀਕਲ ਕੋਈ ਹੋਰ ਲਿਆ ਕੇ ਪਲੱਸ ਆਰਟੀਕਲ 125B ਲਿਆ ਕੇ ਵੀ ਕਿਹਾ ਜਾ ਸਕਦਾ ਕਿ ਤੁਸੀਂ ਸਿੰਘ ਸਾਹਿਬ ਦੀਆਂ ਇਹ ਸ਼ਰਤਾਂ ਨੇ, ਸਿੰਘ ਸਾਹਿਬ ਇੰਨੇ ਸਮੇਂ ਲਈ ਹੋਣਗੇ, ਉਹਨਾਂ ਦੀ ਇਹ ਤਨਖਾਹ ਹੋਊਗੀ, ਐਵੇਂ ਲਾਏ ਜਾਣਗੇ। ਕੀ ਸਰਕਾਰਾਂ ਤਖਤਾਂ ਦੇ ਜਥੇਦਾਰ ਵੀ ਲਾਉਣ ਲੱਗ ਜਾਣਗੀਆਂ?
ਮੈਂ ਫਿਰ ਇੱਕ ਵਾਰੀ ਕਹਿ ਰਿਹਾ ਕਿ ਭਾਵਨਾਤਮਕ ਤੌਰ ਤੇ ਅਸੀਂ ਇਸ ਮੂਵ ਦਾ ਸਮਰਥਨ ਕਰਦੇ ਹਾਂ ਕਿ ਇਖਤਿਆਰਾਤ ਹੋਣੇ ਚਾਹੀਦੇ ਆ, ਪਰ ਸਰਕਾਰਾਂ ਦਾ ਦਖਲ ਕਿੰਨਾ ਜਾਇਜ਼ ਆ ਇਹਦੇ ਉੱਤੇ ਖੂਬ ਰੌਲਾ ਹੈ। ਇਸ ਆਰਟੀਕਲ ਦੀ ਵਿਆਖਿਆ ਵੀ ਜ਼ਰੂਰ ਕਰ ਦਿੰਦੇ ਆ, ਇੰਦਰਪ੍ਰੀਤ ਜੀ ਭਾਸਕਰ ਜੀ ਕਰ ਦੇਣਗੇ। ਸਰਕਾਰ ਜੋ ਲਿਆ ਰਹੀ ਉੱਤੇ ਕਿਸ ਤਰ੍ਹਾਂ ਦੀ ਡਿਬੇਟ ਹੁੰਦੀ ਆ, ਵਿਰੋਧੀ ਉੱਥੇ ਹਾਜ਼ਰ ਰਹਿੰਦੇ ਆ ਕਿ ਨਹੀਂ ਰਹਿੰਦੇ, ਅੱਜ ਬਿਜ਼ਨਸ ਕੀ ਹੋਣ ਵਾਲਾ, ਇਹ ਸਾਰੀਆਂ ਗੱਲਾਂ ਕਰਦੇ ਆ। ਕੀ ਪੁਲਿਸ ਐਕਟ ਵਿੱਚ ਸੋਧ ਵੀ ਆਊਗੀ? ਕੀ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਵਜੋਂ ਮੁੱਖ ਮੰਤਰੀ ਨੂੰ ਤਾਕਤਾਂ ਮਿਲ ਜਾਣਗੀਆਂ, ਜਾਂ ਚਾਂਸਲਰ ਨਿਯੁਕਤ ਗਵਰਨਰ ਦੀ ਮੁੱਖ ਮੰਤਰੀ ਕਰਤੇ ਜਾਣਗੇ? ਔਰ ਕੀ ਬੰਗਾਲ ਦੇ ਵਿੱਚ ਇਸ ਤਰ੍ਹਾਂ ਦਾ ਤਜਰਬਾ ਜਾਂ ਤਮਿਲਨਾਡੂ ਦੇ ਵਿੱਚ ਸਫਲ ਹੋ ਚੁੱਕਿਆ? ਇਹਨੂੰ ਕੋਰਟਾਂ ਦੇ ਵਿੱਚ ਕਿਸ ਤਰ੍ਹਾਂ ਦੇ ਚੈਲੰਜ ਹੈ? ਸਾਰੀਆਂ ਗੱਲਾਂ ਕਰਦੇ ਆ। ਦੂਜਾ ਮਾਮਲਾ ਵੀ ਬਹੁਤ ਅਹਿਮ ਮਾਮਲਾ ਹੈ। ਜਦੋਂ ਕੱਲ ਸੁਖਪਾਲ ਸਿੰਘ ਖਹਿਰਾ ਮਾਣੂਕੇ ਵਾਲੀ ਕੋਠੀ ਦੇ ਸਬੰਧ ਵਿੱਚ ਕੁਝ NRIs ਬੀਬੀਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ, ਮੀਡੀਆ ਤੇ ਵੱਡਾ ਸਵਾਲ ਆ ਗਿਆ। ਮੀਡੀਆ ਦੇ ਨਾਲ ਖਹਿਰਾ ਖਹਿ ਪੈਂਦੇ ਨੇ ਔਰ ਕੁਝ ਲੋਕਾਂ ਨੂੰ ਨਿਸ਼ਾਨੇ ਤੇ ਲੈਂਦੇ ਆ, ਉਹ ਉੱਥੋਂ ਉਹਨਾਂ ਨੂੰ ਮਾਈਕ ਚੱਕਣ ਲਈ ਕਹਿ ਦਿੰਦੇ ਆ। ਔਰ ਇਹ ਗੱਲ ਤੇ ਖਹਿਰਾ ਕਿੰਨੇ ਠੀਕ ਨੇ, ਮੀਡੀਆ ਕਿੰਨਾ ਠੀਕ ਹੈ? ਕੀ ਕੋਈ ਪੱਤਰਕਾਰ ਇੰਨਾ ਪ੍ਰਭਾਵੀ ਹੋ ਸਕਦਾ ਕਿ ਉਹ ਆਪਣੇ ਮੀਡੀਆ ਹਾਊਸ ਦੇ ਇੱਛਾ ਦੇ ਖਿਲਾਫ ਜਾ ਸਕੇ? ਕੀ ਵਿਅਕਤੀਆਂ ਨੂੰ ਟਾਰਗੇਟ ਕੀਤਾ ਜਾਣਾ ਠੀਕ ਹੈ? ਕੀ ਬੀਬੀ ਮਾਣੂਕੇ ਦੇ ਮਾਮਲੇ 'ਚ ਜੋ ਹੋ ਰਿਹਾ ਉਹਨੂੰ ਜਸਟੀਫਾਈ ਕੀਤਾ ਜਾ ਸਕਦਾ? ਕੀ ਬੀਬੀ ਮਾਣੂਕੇ ਦੇ ਖਿਲਾਫ ਕੋਈ ਕਾਰਵਾਈ ਲਈ ਅੱਗੇ ਗੱਲ ਤੁਰ ਰਹੀ ਹੈ? ਖਹਿਰਾ ਕਿੰਨੇ ਕਾਮਯਾਬ ਹੋਏ? ਇਹ ਸਾਰੇ ਸਵਾਲ ਐਡਰੈਸ ਕਰਦੇ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਮੈਨੂੰ ਇਹ ਦੱਸੋ ਕਿ ਕੱਲ ਜਿਹਨੇ ਨਿਰਧਾਰਤ ਕਰਨਾ ਹੁੰਦਾ ਬਿਜ਼ਨਸ, ਜਿਹਨੇ ਰਾਜਪਾਲ ਨੂੰ ਭੇਜਣਾ ਹੁੰਦਾ ਹੈ, ਬਿਜ਼ਨਸ ਐਡਵਾਈਜ਼ਰੀ ਕਮੇਟੀ ਕੀ ਕੱਲ ਬੈਠੀ ਸੀ? ਬਿਜ਼ਨਸ ਡਿਸਾਈਡ ਹੋ ਗਿਆ, ਕੈਬਨਿਟ ਨੇ ਮੋਹਰ ਤਾਂ ਲਾਤੀ ਕੀ ਹੋਣ ਵਾਲਾ। ਕੁਝ ਕੰਮ ਐਸੇ ਸੀ ਜਿਹੜੇ ਉਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਜੇ ਆਏ ਵੀ ਹੋਣ ਤੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ, ਪ੍ਰੈਸ ਨੋਟ 'ਚ ਹੈ ਨਹੀਂ ਗਏ, ਮੁੱਖ ਮੰਤਰੀ ਨੇ ਨਹੀਂ ਦੱਸਿਆ। ਮਸਲਨ ਜਿਵੇਂ ਚਾਂਸਲਰ ਲਾਉਣ ਲਈ, ਮੁੱਖ ਮੰਤਰੀ ਨੂੰ ਚਾਂਸਲਰ ਲਾਉਣ ਲਈ ਔਰ ਪੁਲਿਸ ਐਕਟ ਦੇ ਵਿੱਚ ਸੋਧ ਕਰਨ ਲਈ, ਇਹ ਦੋਵੇਂ ਮਾਮਲੇ ਬਹੁਤੇ ਨਹੀਂ ਆਏ। ਬਿਜ਼ਨਸ ਐਡਵਾਈਜ਼ਰੀ ਕਮੇਟੀ ਕੀ ਕਹਿ ਰਹੀ ਆ? ਤੁਸੀਂ ਇਹ ਗੱਲ ਨੂੰ ਤੋਰ ਦਿਓ। ਰੰਧਾਵਾ ਸਾਹਿਬ, ਜਿਹੜੀ ਬਿਜ਼ਨਸ ਪਹਿਲਾ ਸੈਸ਼ਨ ਹੈ ਇਹ, ਜਿਹਦੇ 'ਚ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੀ ਨਹੀਂ ਹੋਈ। ਬੜੀ ਅਸੀਂ ਕੱਲ ਵੇਟ ਕਰਦੇ ਰਹੇ 3-3:30 ਵਜੇ ਤੱਕ ਕਿ ਸ਼ਾਇਦ, ਕਿਉਂਕਿ ਅਮੂਮਨ ਇਹ ਹੁੰਦਾ ਹੈ ਕਿ ਜਦੋਂ ਸ਼ਰਧਾਂਜਲੀਆਂ ਵਾਲਾ ਸਮਾਰੋਹ ਖਤਮ ਹੋ ਜਾਂਦਾ ਹੈ ਤਾਂ ਤੁਰੰਤ ਬਾਅਦ ਜਿਹੜਾ ਹੈਗਾ ਸਪੀਕਰ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਕਰਦੇ ਆ। ਉਹਦੇ 'ਚ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਨੂੰ ਵੀ ਬੁਲਾਉਂਦੇ ਆ ਔਰ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਬੁਲਾਉਂਦੇ ਆ, ਜਿਸ 'ਚ ਫਿਰ ਤੈਅ ਹੁੰਦਾ ਕਿ ਆਹ ਬਿਜ਼ਨਸ ਹੈ, ਦੱਸੋ ਕਿਹਦੇ ਲਈ ਕਿੰਨਾ ਟਾਈਮ ਰੱਖਣਾ ਹੈ। ਤਾਂ ਸਾਰਾ ਬਿਜ਼ਨਸ ਜਿਹੜਾ ਹੈਗਾ ਉਦੋਂ ਤੈਅ ਹੋ ਜਾਂਦਾ ਤੇ ਟਾਈਮ ਤੈਅ ਹੋ ਜਾਂਦਾ, ਕਿਹਨੂੰ ਕਿੰਨਾ ਟਾਈਮ ਮਿਲੇਗਾ ਉਹ ਵੀ ਤੈਅ ਹੋ ਜਾਂਦਾ। ਇਹਦੇ 'ਚ ਕੱਲ ਵਾਲੀ ਜਿਹੜੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਇੰਪੋਰਟੈਂਟ ਇਸ ਕਰਕੇ ਵੀ ਸੀ ਕਿ ਗਵਰਨਰ ਸਾਹਿਬ ਨੇ ਵੀ ਪੁੱਛਿਆ ਸੀਗਾ ਕਿ ਏਜੰਡਾ ਕੀ ਹੈ, ਤਾਂ ਜਿਹੜਾ ਸਪੀਕਰ ਸਾਹਿਬ ਵੱਲੋਂ ਆਨਸਰ ਦਿੱਤਾ ਗਿਆ ਸੀ, ਉਹਨਾਂ ਨੂੰ ਚਿੱਠੀ ਪਾਈ ਸੀ, ਉਹਦੇ 'ਚ ਵੀ ਇਹ ਕਿਹਾ ਸੀਗਾ ਕਿ ਇਹ ਕੰਮ BAC ਤੈਅ ਕਰਦੀ ਹੈ, ਯਾਨੀ ਏਜੰਡਾ BAC ਤੈਅ ਕਰੇਗੀ ਤੇ ਜਦੋਂ BAC ਦੀ ਮੀਟਿੰਗ ਹੋ ਜਾਏਗੀ ਤੁਹਾਨੂੰ ਸੂਚਿਤ ਕਰ ਦਿੱਤਾ ਜਾਏਗਾ। ਹੁਣ ਜਦੋਂ BAC ਦੀ ਮੀਟਿੰਗ ਹੀ ਨਹੀਂ ਹੋਈ ਤਾਂ ਸੂਚਿਤ ਕਿਵੇਂ ਕੀਤਾ ਜਾਏਗਾ? ਯਾਨੀ ਕਿ ਜਿਹੜੀ ਚੀਜ਼ ਗਵਰਨਰ ਸਾਹਿਬ ਪੁੱਛ ਰਹੇ ਸੀ ਉਹ ਉਹਨਾਂ ਨੂੰ ਦਰਕਿਨਾਰ ਹੀ ਕਰ ਦਿੱਤਾ ਗਿਆ। ਇੱਕ ਨੰਬਰ ਤਾਂ ਗੱਲ ਇਹ ਹੈ, ਔਰ ਫਸਟ ਟਾਈਮ ਇਹ ਹੈ ਕਿ BAC ਦੀ ਮੀਟਿੰਗ ਹੋਈ ਨਹੀਂ ਹੈ। ਸਿੱਧਾ ਹੀ ਅੱਜ ਜਦੋਂ 11 ਵਜੇ ਸਦਨ ਜੁੜੂਗਾ ਤਾਂ ਸਿੱਧਾ ਹੀ ਆਏਗਾ, ਤੇ ਮੈਨੂੰ ਲੱਗਦਾ ਕਿ ਉੱਥੇ ਓਪੋਜੀਸ਼ਨ ਇਸ ਗੱਲ ਦੇ ਉੱਤੇ ਇਤਰਾਜ਼ ਕਰੇਗੀ ਹੀ ਕਿ ਜਦੋਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੀ ਨਹੀਂ ਹੋਈ ਤਾਂ ਫਿਰ ਬਿਜ਼ਨਸ ਕਿਸ ਚੀਜ਼ ਦਾ। ਸੋ ਇਹ ਇਤਰਾਜ਼ ਆਣਗੇ ਵੀ ਕਿਉਂ। ਦੇਖੋ ਉਹਨਾਂ ਦਾ ਇਹ ਜਾਇਜ਼ ਹੈ ਵੀ ਤੁਹਾਡੇ ਕੋਲ ਅਗਰ ਨੰਬਰਸ ਨੇ ਵਿਧਾਨ ਸਭਾ ਦੇ ਵਿੱਚ 92 ਤੁਸੀਂ ਵਿਧਾਇਕ ਹੋ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀਆਂ ਪ੍ਰਥਾਵਾਂ ਨੇ ਉਸ ਤੁਸੀਂ ਸਾਰੀਆਂ ਤੋੜਦੇ ਹੋਏ ਚਲੇ ਜਾਓਗੇ। ਲੋਕਤੰਤਰਿਕ ਸਿਸਟਮ ਦੇ ਵਿੱਚ ਜਿਹੜੀ ਅਸੀਂ ਕੁਝ ਚੀਜ਼ਾਂ ਬਣਾਈਆਂ ਨੇ ਉਹਦੀ ਇੱਕ ਮਰਿਆਦਾ ਹੈ, ਉਹਨੂੰ ਤਾਂ ਘੱਟੋ ਘੱਟ ਬਹਾਲ ਰੱਖਣਾ ਹੀ ਹੈ। ਸੋ ਇਹ ਜਿਹੜੀ ਖਤਮ ਹੋ ਰਹੀ ਹੈ BAC ਦੀ ਮੀਟਿੰਗ, ਆਪਾਂ ਪਹਿਲਾਂ ਇਹ ਕਰ ਚੁੱਕੇ ਹਾਂ ਵੀ ਪਹਿਲਾਂ ਤਾਂ ਸਪੈਸ਼ਲ ਸੈਸ਼ਨਾਂ ਕਰਕੇ ਤੁਸੀਂ ਸੈਸ਼ਨ ਹੀ ਖਤਮ ਕਰਤੇ, ਹੁਣ BAC ਦੀ ਮੀਟਿੰਗ ਵੀ ਖਤਮ ਕਰਤੀ। ਸੋ ਇਹ ਦਿਨ ਪ੍ਰਤੀ ਦਿਨ ਜਿਹੜੀਆਂ ਪ੍ਰਥਾਵਾਂ ਖਤਮ ਹੋ ਰਹੀਆਂ ਨੇ ਤੇ ਨਵੀਆਂ ਪ੍ਰਥਾਵਾਂ ਪਾਈਆਂ ਜਾ ਰਹੀਆਂ ਨੇ, ਉਹ ਲੋਕਤਾਂਤਰਿਕ ਨਹੀਂ ਹੈਗੀਆਂ, ਉਹਨੂੰ ਡਿਕਟੇਟਰਾਨਾ ਕਹਿ ਸਕਦੇ ਹਾਂ ਅਸੀਂ ਕਿ ਤੁਸੀਂ ਖੁਦ ਹੀ ਸਰਕਾਰ ਨੇ ਡਿਸਾਈਡ ਕਰ ਲਿਆ ਕਿ ਮੀਟਿੰਗ ਮਤਲਬ ਅਸੀਂ ਆਹ ਲੈ ਕੇ ਆਵਾਂਗੇ, ਆਹ ਨਹੀਂ ਲੈ ਕੇ ਆਵਾਂਗੇ। ਉਹਦੇ ਲਈ ਕਿਹਨੂੰ ਟਾਈਮ ਦੇਣਾ, ਕਿਹਨੂੰ ਨਹੀਂ ਟਾਈਮ ਦੇਣਾ, ਇਹ ਵੀ ਤੁਹਾਨੂੰ ਅਸੀਂ ਬਿਲਕੁਲ ਨਹੀਂ ਪੁੱਛਾਂਗੇ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆਣੀਆਂ ਨੇ। ਜੀ ਹੁਣ ਤੁਸੀਂ ਮੈਂ ਤੁਹਾਡੇ ਕੋਲ ਬਿਜ਼ਨਸ ਵਾਲੇ ਪਾਸੇ ਆਉਣਾ, ਪਰ ਮੇਰਾ ਇੱਕ ਸਵਾਲ ਬੜਾ ਅਹਿਮ ਆ, ਜ਼ਰੂਰ ਲੈ ਲਓ। ਨੋ ਡਾਊਟ ਜਿਵੇਂ ਕਈ ਕ੍ਰਿਕਟ ਦੇ ਵਿੱਚ ਪਹਿਲਾਂ ਓਪਨਰ ਚਲੇ ਜਾਂਦੇ ਨੇ ਤਾਂ ਬੜੇ ਉਹ ਠੋਕ ਕਰਦੇ ਰਹਿੰਦੇ ਨੇ, ਖਾਸ ਤੌਰ ਤੇ ਜਿਹੜੇ ਟੈਸਟ ਮੈਚ ਹੁੰਦੇ ਸੀਗੇ, ਲੇਕਿਨ ਬਾਅਦ ਦੇ ਵਿੱਚ ਉਹ ਬੜੀ ਬਿਹਤਰੀਨ ਪਾਰੀ ਖੇਡਦੇ ਆ। ਜਦੋਂ ਭਗਵੰਤ ਮਾਨ ਆਉਂਦੇ ਨੇ ਤੇ ਇੰਜ ਲੱਗਦਾ ਸੀ ਕਿ ਜਿਵੇਂ ਉਹ ਬੜਾ ਟਾਈਮ ਪਾਸ ਜਿਹਾ ਕਰ ਰਿਹਾ, ਔਰ ਉਹ ਕੈਬਨਿਟ ਦੀਆਂ ਮੀਟਿੰਗਸ ਵੀ ਬੜੀਆਂ ਬੋਰੀਅਤ ਭਰੀਆਂ ਹੁੰਦੀਆਂ ਸੀ, ਕੋਈ ਏਜੰਡੇ ਖਾਸ ਨਹੀਂ ਸੀ ਹੁੰਦੇ। ਲੇਕਿਨ ਜਿਸ ਤਰੀਕੇ ਨਾਲ ਹੁਣ ਉਹਨਾਂ ਨੇ ਚੌਕੇ ਛੱਕੇ ਮਾਰਨੇ ਸ਼ੁਰੂ ਕੀਤੇ ਆ ਇਸ ਸੈਸ਼ਨ ਦੇ ਵਿੱਚ, ਉਹ
ਪੂਰੀ ਤਰ੍ਹਾਂ ਆਪਣੀ ਵਿਅਕਤੀਗਤ ਛਾਪ ਛੱਡ ਰਿਹਾ। ਇਸ ਵਾਰੀ ਦਿੱਲੀ ਦੇ ਦਖਲ ਦਾ ਰੌਲਾ ਨਹੀਂ ਪੈ ਰਿਹਾ ਔਰ ਨਿੱਜੀ ਤੌਰ ਤੇ ਪੰਜਾਬ ਨੂੰ ਲੈ ਕੇ ਉਹ ਵੱਡੇ ਫੈਸਲੇ ਲੈ ਰਿਹਾ। ਇਹ ਬੜਾ ਅਹਿਮ ਸਵਾਲ ਆ। ਲੇਕਿਨ ਇਸੇ ਦਰਮਿਆਨ ਦੇ ਵਿੱਚ ਅੱਜ ਅਸੀਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਕਟਹਿਰੇ 'ਚ ਰੱਖ ਸਕਦੇ ਹਾਂ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਬਿੱਲ ਆ ਰਿਹਾ ਦਾ ਸਿੱਖ ਗੁਰਦੁਆਰਾਜ਼ ਅਮੈਂਡਮੈਂਟ ਐਕਟ 2023, ਕੀ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣੇ ਗਲਤ ਫੈਸਲਿਆਂ ਕਰਕੇ ਇੱਕ ਤਰ੍ਹਾਂ ਨਾਲ ਸਰਕਾਰਾਂ ਨੂੰ ਧਾਰਮਿਕ ਮਾਮਲਿਆਂ 'ਚ, ਸ਼੍ਰੋਮਣੀ ਕਮੇਟੀ ਮਾਮਲਿਆਂ 'ਚ ਦਖਲ ਦੇਣ ਲਈ ਆਮੰਤਰਿਤ ਕਰਤਾ, ਸੱਦ ਲਿਆ? ਅੱਜ ਤੱਕ ਵੀ ਉਹ ਕੋਈ ਇਸ ਤਰ੍ਹਾਂ ਦੀ ਮੂਵ ਨਹੀਂ ਕਰ ਰਹੇ ਕਿ ਉਹ ਇਹਦੇ ਉੱਤੇ ਕੋਈ ਭਾਵਪੂਰਤ ਆਪਣੇ ਆ ਕੇ ਫੈਸਲਾ ਦੱਸ ਸਕਣ ਕਿ ਅਸੀਂ ਇਹਦੇ ਚੋਂ ਬਾਹਰ ਹੁੰਨੇ ਆ, ਅਸੀਂ ਇਹਦੇ ਚੋਂ ਚੈਨਲ ਨੂੰ ਬਾਹਰ ਕਰਦੇ ਹਾਂ, ਕਿਉਂਕਿ ਉਹ ਕਰ ਸਕਦੇ ਆ, ਉਹਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਦੱਸੀ ਜਾਂਦੀ ਹੈ। ਸੋ ਮੈਨੂੰ ਸਭ ਤੋਂ ਪਹਿਲਾਂ ਦੱਸੋ ਕਿ ਜੋ ਥੋੜੀ ਦੇਰ ਬਾਅਦ ਵਿਧਾਨ ਸਭਾ 'ਚ ਹੋਣ ਵਾਲਾ, ਇਹਦੇ ਲਈ ਜ਼ਿੰਮੇਵਾਰੀ ਤਾਂ ਤੈਅ ਸਿੱਖ ਲੀਡਰਸ਼ਿਪ ਦੀ ਹੁੰਦੀ ਆ, ਪਰ ਕੀ ਸਰਕਾਰਾਂ ਕਿਸੇ ਜਮਾਤ ਦੇ ਫੇਲੀਅਰ ਦੇ ਵਿੱਚੋਂ ਉਹਦੇ ਵਿੱਚ ਵੜ ਜਾਣਗੀਆਂ? ਕੀ ਇਹਦੇ ਨਾਲ ਤੁਸੀਂ ਧਾਰਮਿਕ ਮਾਮਲਿਆਂ 'ਚ ਸਰਕਾਰਾਂ ਦੀ ਦਖਲਅੰਦਾਜ਼ੀ ਨੂੰ ਪੁਖਤਾ ਕਰ ਰਹੇ ਹੋ? ਕੀ ਸੈਕੂਲਰਿਜ਼ਮ ਦੀ ਜਿਹੜੀ ਗਵਰਨਮੈਂਟ ਦੀ ਇੱਕ ਸਾਹਮਣੇ ਤੁਰਦੀ ਲਾਈਨ ਹੁੰਦੀ ਆ, ਆਪਾਂ ਉਹਨੂੰ ਕ੍ਰਾਸ ਕਰ ਰਹੇ ਹਾਂ? ਨੋ ਡਾਊਟ ਭਗਵੰਤ ਮਾਨ ਬਹੁਤ ਬਿਹਤਰ ਕਰ ਰਿਹਾ, ਪਰ ਇੱਕ ਤਰ੍ਹਾਂ ਨਾਲ ਉਹ ਸੀਮਾ ਵੀ ਉਲੰਘ ਤਾਂ ਨਹੀਂ ਰਹੇ? ਮਤਲਬ ਜਿਹੜੀ ਤੁਸੀਂ ਸੀਮਾਵਾਂ ਉਲੰਘਣ ਦੀ ਗੱਲ ਕੀਤੀ ਹੈਗੀ ਹੈ, ਦੇਖੋ ਉਹ ਤਾਂ ਲੰਘੀਆਂ ਜਾ ਹੀ ਰਹੀਆਂ ਨੇ। ਮੈਂ ਉਸ ਤੇ ਉਹ ਨਹੀਂ ਕਰਦਾ। ਮੈਂ ਇਸ ਗੱਲ ਤੇ ਖੜਾ ਕਿ ਅੱਜ ਵੀ ਖੜਾ ਕਿ ਕਿਸੇ ਵੀ ਪੋਲੀਟੀਕਲ ਬੰਦੇ ਦਾ ਜਾਂ ਆਮ ਸਧਾਰਨ ਲੋਕਾਂ ਦਾ ਕਿਸੇ ਵਿਅਕਤੀ ਨਾਲ ਤਾਂ ਵਿਰੋਧ ਹੋ ਸਕਦਾ ਹੈ, ਕਿਸੇ ਪਾਰਟੀ ਨਾਲ ਵੀ ਵਿਰੋਧ ਹੋ ਸਕਦਾ ਹੈ, ਪਰ ਸਿਸਟਮ ਨਾਲ ਵਿਰੋਧ ਨਹੀਂ ਹੋ ਸਕਦੇ। ਮੈਂ ਜਿਹੜੇ ਬੰਦਿਆਂ ਨੇ ਇਹਨਾਂ ਸਿਸਟਮਸ ਨੂੰ ਕਾਬਜ਼ ਕਰ ਲਿਆ, ਜਿਵੇਂ ਤੁਸੀਂ ਇਹਦੀ ਗੱਲ ਕਰ ਰਹੇ ਹੋ ਕਿ ਜੇ ਅਸੀਂ ਇੱਕ ਚੈਨਲ ਦੀ ਗੱਲ ਕਰੀਏ ਵੀ ਠੀਕ ਹੈ, ਐਸਜੀਪੀਸੀ 'ਚ ਉਸੇ ਤਰ੍ਹਾਂ ਹੀ ਕਬਜ਼ਾ ਇੱਕ ਬਾਦਲ ਪਰਿਵਾਰ ਦਾ ਜਾਂ ਅਕਾਲੀ ਦਲ ਦਾ ਹੈ, ਜਿਸ ਤਰ੍ਹਾਂ ਇੱਥੇ ਹੁਣ ਵਿਧਾਨ ਸਭਾ 'ਚ ਕਬਜ਼ਾ ਜਾਂ ਸਰਕਾਰ 'ਚ ਕਬਜ਼ਾ ਕਹਿ ਲਈਏ ਵੀ ਆਮ ਆਦਮੀ ਪਾਰਟੀ ਦਾ ਹੋ ਗਿਆ। ਸੋ ਉਹ ਜਿਹੜੀਆਂ ਚੀਜ਼ਾਂ ਕਰ ਰਹੇ ਸੀਗੇ ਵੀ ਅਸੀਂ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਹੈ ਉਹ ਸਿਰਫ ਇੱਕੋ ਚੈਨਲ ਦੇ ਥਰੂ ਕਰਨਾ, ਤੁਸੀਂ ਕੋਈ ਛੋਟੇ ਤੋਂ ਛੋਟਾ ਕੰਟੈਂਟ ਵੀ ਉੱਥੋਂ ਲੈ ਨਹੀਂ ਸਕਦੇ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ। ਇਹ ਇੱਕ ਤਰ੍ਹਾਂ ਦਾ ਮਤਲਬ ਉਹਨੂੰ ਕੰਟਰੋਲ ਕਰਨਾ ਹੋ ਗਿਆ। ਸੋ ਜਦੋਂ ਉਹਨਾਂ ਨੇ ਇਸ ਤਰ੍ਹਾਂ ਦਾ ਕੀਤਾ ਤਾਂ ਮੈਨੂੰ ਲੱਗਦਾ ਕਿ ਉਹਦੇ ਲਈ ਸਰਕਾਰ ਦਖਲ ਦੇ ਕੇ ਇਸ ਨੂੰ ਠੀਕ ਕਰਾਏ, ਇਹਦੀ ਬਜਾਏ ਮੈਨੂੰ ਲੱਗਦਾ ਕਿ ਐਸਜੀਪੀਸੀ ਦੇ ਸਿਸਟਮ ਦੇ ਵਿੱਚ ਵੜ ਕੇ ਇਹਨੂੰ ਠੀਕ ਕਰਨ ਵਾਲਾ ਅਗਰ ਹੁੰਦਾ ਤਾਂ ਉਹ ਜ਼ਿਆਦਾ ਬਿਹਤਰ ਸੀਗਾ। ਆਪਾਂ ਨੂੰ ਲੱਗਦਾ ਕਿ ਹਾਂ ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਹੀ ਸਿਸਟਮ ਨੂੰ ਠੀਕ ਕਰ ਰਹੇ ਹੋ, ਪਰ ਇੱਥੇ ਜਿਵੇਂ ਇੱਕ ਤੁਸੀਂ ਗੱਲ ਇੱਥੇ ਸਹੇ ਦੀ ਨਹੀਂ ਹੈ, ਗੱਲ ਇੱਥੇ ਪਹੇ ਦੀ ਹੈ। ਹੁਣ ਜਦੋਂ ਤੁਸੀਂ ਇੱਕ ਲਾਈਨ ਖਿੱਚਤੀ, ਜਿਵੇਂ ਪਹਿਲੇ ਤੁਸੀਂ ਇੰਟਰੋ 'ਚ ਬਹੁਤ ਠੀਕ ਗੱਲ ਕਹੀ ਕਿ ਅਗਲੀਆਂ ਸਰਕਾਰਾਂ ਇਸ ਤੋਂ ਵੱਧ ਕੇ ਜਾਣਗੀਆਂ, ਅਸੀਂ ਇਹ ਨਹੀਂ ਉਹਨਾਂ ਤੋਂ ਉਮੀਦ ਕਰ ਸਕਦੇ ਕਿ ਉਹ ਘੱਟ ਕਰਨਗੇ। ਠੀਕ ਹੈ, ਅੱਜ ਤੁਸੀਂ ਕਿਹਾ ਵੀ, ਪਰ ਇਸ ਐਕਟ ਦੇ ਵਿੱਚ ਵੀ ਤੁਸੀਂ ਦੇਖੋ ਇੱਕ ਬੜੀ ਇੰਟਰਸਟਿੰਗ ਚੀਜ਼ ਹੈ, ਤੁਸੀਂ ਕਿਹਾ ਵੀ ਇਹ ਸਰਕਾਰ ਜਿਹੜੀ ਹੈ ਬੋਰਡ ਨੂੰ ਤਾਕੀਦ ਕਰਦੀ ਹੈ, ਯਾਨੀ ਕਿ ਐਸਜੀਪੀਸੀ ਨੂੰ ਤਾਕੀਦ ਕਰਦੀ ਹੈ ਕਿ ਉਹ ਫ੍ਰੀ ਕਰੇ ਸਾਰਿਆਂ ਲਈ। ਸਪੋਜ਼ ਬੋਰਡ ਨਹੀਂ ਕਰਦਾ, ਫਿਰ ਕੀ ਹੈ ਇਹਦੇ 'ਚ ਅੱਗੇ ਕੋਈ ਵਿਆਖਿਆ ਨਹੀਂ ਹੈ ਦੀ ਕਿ ਉਹਦੇ 'ਚ ਕੀ ਹੋਊਗਾ। ਭਗਵੰਤ ਮਾਨ ਹੋਣਾ ਨੇ ਵੀ ਕੱਲ ਇਹੀ ਕਿਹਾ ਵੀ ਇਹ ਤਾਂ ਫਿਰ ਗਲਤੀ ਹੈ ਜੀ, ਬਸ ਇੰਨੀ ਕੁ ਗੱਲ ਕਹਿ ਕੇ ਉਹ ਵੀ ਪੱਲਾ ਛੁਡਾ ਕੇ ਚਲੇ ਜਾਂਦੇ ਆ। ਜਿਹੜਾ ਸਿਸਟਮ ਕਿਸੇ ਉਹਦੇ ਵਿੱਚ ਨਹੀਂ ਆ ਰਿਹਾ ਪ੍ਰਸਾਰਣ ਦੇ ਵਿੱਚ, ਮੈਨੂੰ ਲੱਗਦਾ ਉਹਨੂੰ ਠੀਕ ਕਰਨ ਲਈ ਉਸ ਸਿਸਟਮ ਦੇ ਵਿੱਚ ਜਾਣਾ ਬਿਹਤਰ ਸੀਗਾ, ਬਜਾਏ ਕਿ ਸਰਕਾਰ ਨੂੰ ਐਂਟਰੀ ਦੇਣਾ। ਇਹ ਸਿਸਟਮ ਮੈਨੂੰ ਲੱਗਦਾ ਠੀਕ ਨਹੀਂ ਹੈਗਾ, ਇਹਦਾ ਕੱਲ ਨੂੰ ਦੁਰਉਪਯੋਗ ਵੀ ਹੋ ਸਕਦਾ। ਕੋਈ ਇਹ ਆਮ ਆਦਮੀ ਪਾਰਟੀ ਨਾ ਕਰੇ, ਕੱਲ ਨੂੰ ਕੋਈ ਹੋਰ ਪਾਰਟੀਆਂ ਦੀਆਂ ਵੀ ਸਰਕਾਰਾਂ ਬਣਨੀਆਂ ਨੇ, ਉਹਨਾਂ ਲਈ ਰਾਹ ਤਾਂ ਇਹਨਾਂ ਨੇ ਖੋਲ ਹੀ ਦਿੱਤੇ ਆ। ਤੁਹਾਡਾ ਬੜਾ ਸਾਫ਼ ਮਤਲਬ ਹੈ ਕਿ ਜੇਕਰ ਕਿਸੇ ਨੇ ਇਹਦੇ ਵਿੱਚ ਕੋਈ ਚੇਂਜ ਕਰਾਉਣੀ ਆ, ਉਹਦੀ ਕਾਰਜਸ਼ੈਲੀ, ਉਹਦੀ ਵਰਕਿੰਗ ਬਦਲਣਾ ਚਾਹੁੰਦੇ ਆ, ਤਾਂ ਉਹ ਇਲੈਕਸ਼ਨ ਲੜਨ, ਇਲੈਕਸ਼ਨ ਲੜ ਕੇ ਜਿੱਤਣ ਤੋਂ ਬਾਅਦ ਜੇ ਲੋਕ ਉਹਨਾਂ ਨੂੰ ਮੈਂਡੇਟ ਦਿੰਦੇ ਆ, ਉਹ ਫੈਸਲਾ ਕੁਨ ਹੋਣ ਬਦਲ ਦੇਣ ਸਾਰਾ ਕੁਝ। ਜਿਹੜੀ ਐਗਜ਼ੈਕਟਿਵ ਬਾਡੀ ਕੋਲ ਪਾਵਰਸ ਨੇ, ਫਿਰ ਮੈਨੂੰ ਦੱਸੋ ਕਿ ਚੁਣੇ ਹੋਏ ਨੁਮਾਇੰਦਿਆਂ ਦੇ ਹੱਕ ਹਕੂਕ ਕੀ ਆ ਜੇ ਉਹਨਾਂ ਨੂੰ ਡਾਇਰੈਕਸ਼ਨ ਬਾਹਰੋਂ ਦਿੱਤੀ ਜਾਣੀ ਹੈ, ਜੇ ਉਹਨਾਂ ਨੂੰ ਡਿਊਟੀ ਬਾਉਂਡ ਕਰਤਾ ਜਾਣਾ। ਇਹਦਾ ਮਤਲਬ ਹੈ ਕਿ ਤੁਸੀਂ ਉਹਨਾਂ ਦੇ ਹੱਥ ਪਿੱਛੇ ਬੰਨ ਕੇ ਸਿਰਫ ਉਹਨਾਂ ਨੂੰ ਇੱਕ ਰਸਮ ਵਜੋਂ ਅੱਗੇ ਵਧਾ ਰਹੇ ਹੋ। ਮੈਂ ਇਹਦੇ ਤੇ ਨਹੀਂ ਜਾਂਦਾ, ਮੈਨੂੰ ਟੈਕਨੀਕੈਲਿਟੀਜ਼ ਨਹੀਂ ਪਤਾ, ਪਰ ਜੇਕਰ ਇਹ ਹੁੰਦਾ ਹੈ ਤਾਂ ਇੰਜ ਲੱਗ ਰਿਹਾ ਕਿ ਜਿਵੇਂ ਇਹ ਬਹੁਤ ਵੱਡੇ ਰਾਹ ਖੁੱਲ ਰਹੇ ਨੇ ਔਰ ਆਉਂਦੇ ਸਮੇਂ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ, ਸ਼ਰਤਾਂ, ਤਨਖਾਹਾਂ, ਰਿਟਾਇਰਮੈਂਟ, ਉਹ ਸਭ ਕੁਝ ਤੈਅ ਕਰਨ ਵਾਲੇ ਆਰਟੀਕਲ ਵੀ ਆ ਜਾਣਗੇ। ਫਿਰ ਕੀ ਕਿੰਨੇ ਵੋਟ ਪਾਉਣੀ ਆ, ਕਿਵੇਂ ਵੋਟ ਪਾਉਣੀ, ਇਹ ਵੀ ਆ ਜਾਣਗੇ। ਜਿਵੇਂ ਸਹਿਜਧਾਰੀਆਂ ਨੂੰ ਰੋਕਿਆ ਗਿਆ, ਕੱਲ ਨੂੰ ਸਹਿਜਧਾਰੀਆਂ ਨੂੰ ਵੋਟ ਦੇਣ ਦਾ ਅਖਤਿਆਰ ਪੰਜਾਬ ਦੇ ਸਕਦੀ ਹੈ ਪੰਜਾਬ ਦੀ ਅਸੈਂਬਲੀ, ਕਿਉਂਕਿ ਜਿਹੜਾ ਸਟੇਟ ਦੇ ਵਿੱਚ ਕੰਮ ਹੋਣਾ, ਜਿਵੇਂ ਭਗਵੰਤ ਮਾਨ ਜੀ ਕਹਿ ਰਿਹਾ, ਜਿਵੇਂ ਸੁਪਰੀਮ ਕੋਰਟ ਦੀ ਵਿਆਖਿਆ, ਨੋ ਡਾਊਟ ਉਹ ਠੀਕ ਕਹਿ ਰਿਹਾ, ਉਹ ਆਪਣਾ ਐਕਟ ਲਿਆ ਸਕਦੇ ਆ। ਉਹ ਆਪਣੇ ਲੋਕਾਂ ਦੇ ਚੁਣੇ ਹੋਏ ਲੋਕਾਂ ਦੀ ਰਾਏ ਅਨੁਸਾਰ, ਉਹਨਾਂ ਦੀ ਇੱਛਾ ਅਨੁਸਾਰ ਇਹ ਕਹਿ ਕੇ ਕਿ ਸਾਡੇ ਕੋਲ ਮੈਜੋਰਟੀ, ਅਸੀਂ ਨੁਮਾਇੰਦੇ ਆ, ਉਹ ਨਵਾਂ ਐਕਟ ਵੀ ਲਿਆ ਸਕਦੇ। ਉਸ ਐਕਟ ਦੇ ਵਿੱਚ ਉਹ ਕਈ ਚੀਜ਼ਾਂ ਕਰ ਸਕਦੇ ਆ, ਜਿਵੇਂ
ਪਾਰਲੀਮੈਂਟ ਨੇ ਸੁਪਰੀਮ ਕੋਰਟ 'ਚ ਚੱਲਦੇ ਕੇਸ ਦੌਰਾਨ ਅਮੈਂਡਮੈਂਟ ਕਰਕੇ ਜਿਹੜੀ ਸਹਿਜਧਾਰੀ ਮਾਮਲੇ 'ਚ ਇਲੈਕਸ਼ਨ ਹੋਣ ਦਾ ਰਾਹ ਪੱਧਰਾ ਕੀਤਾ ਸੀ, ਤੁਹਾਨੂੰ ਯਾਦ ਹੋਣਾ। ਉਸ ਤੋਂ ਪਹਿਲਾਂ ਕਿੰਨੇ ਸਾਲ ਮੱਕੜ ਸਾਹਿਬ ਜਿਹੜੇ ਆ ਤੇ ਉਹਨਾਂ ਦੀ ਐਗਜ਼ੈਕਟਿਵ ਬਾਡੀ ਉਹ ਕੰਮ ਕਰਦੀ ਰਹੀ ਸੀ ਅੰਤਰਿਮ ਰੂਪ ਦੇ ਵਿੱਚ। ਸੋ ਸਾਰੇ ਸਵਾਲ ਭਾਸਕਰ ਸਾਹਿਬ ਨੂੰ ਨਾਲ ਲੈ ਲਈਏ। ਭਾਸਕਰ ਸਾਹਿਬ, ਇਹ ਬਹੁਤ ਵੱਡਾ ਫੈਸਲਾ ਹੋਣ ਜਾ ਰਿਹਾ ਔਰ ਮੁੱਢਲੇ ਤੌਰ ਤੇ ਇਹ ਪਪੂਲਰ ਫੈਸਲਾ, ਲੋਕ ਬਹੁਤ ਖੁਸ਼ ਨੇ ਕਿ ਆਹ ਕੀਤੀ ਨਾ ਬੰਦੇ ਵਾਲੀ ਗੱਲ, ਇਹ ਭਗਵੰਤ ਮਾਨ ਜੀ ਲਈ ਆ ਰਿਹਾ। ਔਰ ਉਧਰ ਸੁੱਕਣੇ ਪਏ ਨੇ ਅਕਾਲੀ ਤੇ ਉਹਨਾਂ ਦੇ ਬਾਕੀ ਜਿੰਨੇ ਉਹਨਾਂ ਸਭਾ ਦੇ ਵਿੱਚ ਕਾਫੀ ਬੇਚੈਨੀ ਆ। ਪਰ ਕੀ ਇਹਦੇ ਲਈ ਅਕਾਲੀਆਂ ਨੇ ਆਮੰਤਰਿਤ ਕੀਤਾ ਸਿੱਧੇ ਰੂਪ ਦੇ ਵਿੱਚ, ਉਹਨਾਂ ਪ੍ਰਬੰਧਾਂ ਨੇ ਆਮੰਤਰਿਤ ਕੀਤਾ ਜਿਨ੍ਹਾਂ ਨੇ ਸਮਾਂ ਰਹਿੰਦਿਆਂ ਠੀਕ ਫੈਸਲੇ ਲੈਣ 'ਚ ਹਿਚਕਚਾਹਟ ਦਿਖਾਈ ਆ, ਤੇ ਮੁੱਖ ਮੰਤਰੀ ਨੇ ਲੋਕ ਭਾਵਨਾ ਨੂੰ ਲੈ ਕੇ ਸਿੱਧਾ ਛੱਕਾ ਮਾਰਿਆ ਜਿਹੜਾ ਕੱਲ ਨੂੰ ਬਹੁਤ ਰੌ ਰੀਤਾਂ ਦੇ ਖਿਲਾਫ ਵੀ ਜਾ ਸਕਦਾ, ਕੋਰਟਾਂ 'ਚ ਵੀ ਫਸ ਸਕਦਾ। ਕੋਰਟ 'ਚ ਕਿਵੇਂ ਫਸੇਗਾ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ? ਇਹਦਾ ਮਤਲਬ ਹੈ ਕਿ ਟਕਰਾਅ ਵੱਲ ਵਧੂਗਾ। ਮੁੱਖ ਮੰਤਰੀ ਕਹਿਣਗੇ ਕਿ ਤੁਸੀਂ ਸੋਧੇ ਹੋਏ ਐਕਟ ਤਹਿਤ ਆਹ ਕੰਮ ਕਰੋ, ਲੇਕਿਨ ਅਗਲੇ ਕਹਿਣਗੇ ਨਹੀਂ ਕਰਦੇ, ਤਾਂ ਫਿਰ ਲੜਾਈ ਹੋਊਗੀ। ਫਿਰ ਇੱਕ ਵਾਰੀ ਦੋਵੇਂ ਧਿਰਾਂ ਟਕਰਾਉਣਗੀਆਂ। ਗੱਲ ਤੋਰ ਦਿਓ ਜੀ। ਬਿਲਕੁਲ ਟਕਰਾਅ ਦੀ ਸਥਿਤੀ ਵੱਲ ਤੇ ਆਪਾਂ ਵੱਧ ਹੀ ਰਹੇ ਹਾਂ। 1920 ਦੇ ਵਿੱਚ ਐਸਜੀਪੀਸੀ ਬਣੀ ਸੀ ਤੇ 1925 ਦੇ ਵਿੱਚ ਐਕਟ ਆਇਆ ਸੀ। ਅੱਜ ਜਿਸ ਪ੍ਰਸਾਰਣ ਦੇ ਮੁੱਦੇ ਦੇ ਉੱਤੇ ਬਹਿਸ ਚੱਲ ਰਹੀ ਹੈ ਔਰ ਇੱਕ ਨਵਾਂ ਐਕਟ ਪੰਜਾਬ ਅਸੈਂਬਲੀ ਦੇ ਵਿੱਚ ਆ ਰਿਹਾ, ਉਹਦਾ ਜ਼ਿਕਰ, ਪ੍ਰਸਾਰਣ ਦੇ ਜ਼ਿਕਰ ਨੂੰ, ਗੁਰਬਾਣੀ ਦੇ ਪ੍ਰਸਾਰਣ ਦੇ ਜ਼ਿਕਰ ਨੂੰ ਉਹਦੇ ਉਸ ਐਕਟ ਦੇ ਵਿੱਚ ਕਿਸੇ ਵੀ ਜਗ੍ਹਾ ਨਹੀਂ ਹੈ। ਪ੍ਰਬੰਧਨ ਦੇ ਮਾਮਲਿਆਂ ਨੂੰ ਲੈ ਕੇ ਹੈਗੇ। ਐਸਜੀਪੀਸੀ ਤੇ ਅਕਾਲੀ ਦਲ ਦੋਨਾਂ ਦੇ ਉੱਤੇ ਕਈ ਵਾਰ ਇਲਜ਼ਾਮ ਲੱਗਦੇ ਨੇ ਕਿ ਅਕਾਲੀ ਦਲ ਐਸਜੀਪੀਸੀ ਨੂੰ ਕੰਟਰੋਲ ਕਰਦਾ ਔਰ ਐਸਏਡੀ ਯਾਨੀ ਅਕਾਲੀ ਦਲ ਜੋ ਚਾਹੁੰਦਾ ਹੈ ਉਹ ਐਸਜੀਪੀਸੀ ਦੇ ਮੁਖੀ ਤੋਂ ਜਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੋਂ ਕਰਾ ਲੈਣ। ਜਥੇਦਾਰ ਸਾਹਿਬ ਨੂੰ ਜਿਸ ਤਰੀਕੇ ਨਾਲ ਪਿੱਛੇ ਹਟਾਇਆ ਗਿਆ, ਇਹ ਪਹਿਲੀ ਵਾਰ ਨਹੀਂ ਸੀਗਾ ਜਦ ਇਸ ਪ੍ਰਕਿਰਿਆ ਦੇ ਉੱਤੇ, ਇਸ ਪ੍ਰੋਸੈਸ ਦੇ ਉੱਤੇ ਕੁਐਸਚਨ ਮਾਰਕ ਲੱਗਿਆ। ਇਸ ਤੋਂ ਪਹਿਲੇ ਵੀ ਕਈ ਵਾਰ ਜਥੇਦਾਰ ਸਾਹਿਬ ਨੂੰ ਹਟਾਇਆ ਜਾਣਾ, ਉਹਨਾਂ ਨੂੰ ਲਾਇਆ ਜਾਣਾ, ਉਹਦੇ ਉੱਤੇ ਕਿੰਤੂ ਪਰੰਤੂ, ਲਿਫਾਫੇ ਵਾਲਾ ਕਲਚਰ, ਇਹ ਸਾਰੀ ਗੱਲਾਂ ਸ਼ੁਰੂ ਤੋਂ ਹੁੰਦੀ ਰਹੀਆਂ। ਤੁਸੀਂ ਇੱਕ ਆਪਣੀ ਗੱਲ ਦੇ ਵਿੱਚ ਕਹੀ ਹੈ ਕਿ ਅਕਾਲੀ ਦਲ ਨੇ, ਐਸਜੀਪੀਸੀ ਨੇ ਇਨਵਾਈਟ ਕੀਤਾ ਕਿਸੇ ਕੰਟਰੋਵਰਸੀ ਦੇ ਵਿੱਚ ਸੂਬੇ ਦੀ ਇੰਟਰਵੈਂਸ਼ਨ ਵਾਸਤੇ। ਯੈਸ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਅਗਰ ਐਸਜੀਪੀਸੀ ਔਰ ਅਕਾਲੀ ਦਲ ਸਹੀ ਤਰੀਕੇ ਨਾਲ ਸਾਰਾ ਕੰਮ ਕਰ ਲੈਂਦੇ। ਹੁਣ ਮੁੱਦਾ ਕੀ ਹੈ? ਸਾਰਾ ਮੁੱਦਾ ਹੈ ਕਿ ਇੱਕ ਪਾਰਟਿਕੂਲਰ ਚੈਨਲ ਨੂੰ ਹੀ ਕਿਉਂ ਰਾਈਟਸ ਦੇਣੇ, ਔਰ ਉਹ ਵੀ ਟੈਂਡਰ ਇਨਵਾਈਟ ਕਰਕੇ। ਇੱਕ ਤਰਫ ਤੇ ਐਸਜੀਪੀਸੀ ਦੇ ਮੁਖੀ ਇਹ ਕਹਿ ਰਹੇ ਨੇ ਕਿ ਸਾਨੂੰ ਇਹਦਾ ਵਪਾਰੀਕਰਨ ਨਾ ਕਹੋ, ਕਿ ਅਸੀਂ ਗੁਰਬਾਣੀ ਦਾ ਵਪਾਰੀਕਰਨ ਕਰ ਰਹੇ ਹਾਂ। ਦੂਜੇ ਪਾਸੇ ਟੈਂਡਰ ਬੁਲਾਉਣ ਦੀ ਵੀ ਗੱਲ ਚੱਲ ਰਹੀ ਹੈ। ਹੁਣ ਇੱਕ ਵਾਟਰ ਟੈਸਟ ਕਰਨ ਵਾਲੀ ਗੱਲ ਭਗਵੰਤ ਮਾਨ ਮੁੱਖ ਮੰਤਰੀ ਉਹਨਾਂ ਨੇ ਕੀਤੀ ਹੈ। ਜਦ ਉਹ ਇਹ ਗੱਲ ਕਹਿੰਦੇ ਨੇ, ਤੁਸੀਂ ਇਹ ਵੀ ਆਪਣੀ ਗੱਲ ਦੇ ਵਿੱਚ ਕਿਹਾ ਹੈ ਕਿ ਪਰਸੈਪਸ਼ਨ ਲੋਕਾਂ ਦੇ ਵਿੱਚ ਕੀ ਬਣ ਰਹੀ ਹੈ। ਇਹ ਬਹੁਤ ਵਧੀਆ ਕੰਮ ਕੀਤਾ ਹੈ ਕਿ ਪ੍ਰਸਾਰਣ ਦੇ ਉੱਤੇ ਫ੍ਰੀ ਪ੍ਰਸਾਰਣ। ਹਾਲਾਂਕਿ ਐਸਜੀਪੀਸੀ ਦੇ ਪ੍ਰਧਾਨ ਇਹ ਗੱਲ ਕਹਿੰਦੇ ਨੇ ਕਿ ਦੱਸੋ ਤੁਸੀਂ ਕਿਸੇ ਤੋਂ ਕੋਈ ਪੈਸੇ ਲਿੱਤੇ ਜਾਂਦੇ ਨੇ ਪੀਟੀਸੀ ਦੇ ਉੱਤੇ ਗੁਰਬਾਣੀ ਦਿਖਾਉਂਦੇ, ਪਰ ਉਹਨੂੰ ਅਗਰ ਦੂਜੇ ਤਰੀਕੇ ਨਾਲ ਦੇਖੋ ਤੇ ਬਾਹਰ ਬੈਠੇ ਹੋਏ ਲੋਕ ਪੀਟੀਸੀ ਨੂੰ ਸਬਸਕ੍ਰਾਈਬ ਕਰਨ ਵਾਸਤੇ ਮਜਬੂਰ ਹੋ ਜਾਂਦੇ ਨੇ। ਉਹ ਪੀਟੀਸੀ ਨੂੰ ਸਬਸਕ੍ਰਾਈਬ ਹੀ ਸਿਰਫ ਗੁਰਬਾਣੀ ਵਾਸਤੇ ਕਰਦੇ ਨੇ। ਹੁਣ ਇਹ ਗੱਲਾਂ ਤੁਰੀਆਂ, ਇਹ ਸ਼ੁਰੂਆਤ ਹੈ। ਅੱਗੇ ਚੱਲ ਕੇ ਬਹੁਤ ਸਾਰੇ ਮੁੱਦਿਆਂ ਦੇ ਵਿੱਚ ਟਕਰਾਵ ਹੋ ਸਕਦਾ ਹੈ ਕਿ ਇਹ ਜਿਹੜਾ ਦਿੱਲੀ ਦੇ ਵਿੱਚ ਜਦ ਬੀਜੇਪੀ ਨੇ ਜਾਂ ਹੋਰ ਪਾਰਟੀਆਂ ਨੇ ਕੇਜਰੀਵਾਲ ਨੂੰ ਇਨਵਾਈਟ ਕੀਤਾ ਸੀ ਵੀ ਜੇ ਤੁਸੀਂ ਆਣਾ ਹੈ, ਜੇ ਤੁਸੀਂ ਕ੍ਰਿਟੀਸਾਈਜ਼ ਕਰ ਰਹੇ ਹੋ ਸਰਕਾਰਾਂ ਨੂੰ, ਤੇ ਫਿਰ ਸਰਕਾਰ ਦੇ ਵਿੱਚ ਅੰਦਰ ਆ ਕੇ ਦੇਖੋ। ਅਗਲੇ ਨੇ 3 ਵਾਰ ਸਰਕਾਰ ਬਣਾ ਲਈ। ਕੁਝ ਐਦਾਂ ਦਾ ਹੀ ਇਨਵੀਟੇਸ਼ਨ ਐਸਜੀਪੀਸੀ ਵੱਲੋਂ ਵੀ ਚਲਾ ਗਿਆ ਨਾ ਕਿ ਵੀ ਤੁਸੀਂ ਵੀ ਆ ਕੇ ਸਿਸਟਮ ਦਾ ਪਾਰਟ ਬਣੋ ਤੇ ਲੜੋ, ਤੇ ਫਿਰ ਉਸ ਤੋਂ ਬਾਅਦ ਕੋਈ ਚੇਂਜ ਕਰੋ। ਕਿਤੇ ਇਹ ਗੱਲ ਉਸ ਪਾਸੇ ਨਾ ਤੁਰ ਜਾਏ। ਪਰ ਚਲੋ, ਇਹ ਸ਼ੁਰੂਆਤ ਹੋਈ ਹੈ। ਸ਼ੁਰੂਆਤ ਦੇ ਵਿੱਚ ਕੰਟਰੋਵਰਸੀ ਹੈ। ਕੰਟਰੋਵਰਸੀ ਅੱਗੇ ਚੱਲ ਕੇ ਹੋਰ ਵਧਣੀ ਹੈ, ਟਕਰਾਵ ਅੱਗੇ ਚੱਲ ਕੇ ਹੋਰ ਵਧਣਾ ਹੈ। ਇਹ ਹਜੇ ਸ਼ੁਰੂਆਤ ਹੈ ਜਿਹੜੀ ਅਸੈਂਬਲੀ ਦੇ ਵਿੱਚ ਇਹ ਨਵਾਂ ਐਕਟ ਲਿਆ ਕੇ ਇੱਕ ਵਾਟਰ ਟੈਸਟ ਕੀਤਾ ਜਾਏਗਾ। ਬਿਲਕੁਲ, ਇਹ ਵਾਟਰ ਟੈਸਟ ਕੀਤਾ ਜਾ ਰਿਹਾ ਔਰ ਜ਼ਰੂਰੀ ਹੈ ਕਿ ਜੇ ਇਸ ਤਰ੍ਹਾਂ ਨਹੀਂ ਅੱਗੇ ਗੱਲ ਚੱਲਦੀ ਤਾਂ ਪੂਰਾ ਸੂਰਾ ਐਕਟ ਲਿਆਂਦਾ ਜਾਊਗਾ। ਨੋ ਡਾਊਟ ਇਹ ਐਕਟ ਲਿਆਂਦਾ ਜਾਊਗਾ। ਲੜਾਈ ਜਿੱਥੇ ਪਹੁੰਚ ਚੁੱਕੀ ਆ ਔਰ ਇਹਦੇ ਵਿੱਚ ਭਗਵੰਤ ਮਾਨ ਸਾਫ਼ ਲਫ਼ਜ਼ਾਂ 'ਚ ਕਹਿ ਚੁੱਕੇ ਆ। ਮੈਂ ਇੱਕ ਵਾਰੀ ਉਹ ਟਵੀਟ ਜਿਹੜੇ ਉਹਨਾਂ ਕੀਤੇ ਉਹਦੀ ਫਹਿਰਿਸਤ ਵੀ ਤੁਹਾਡੇ ਨਾਲ ਅਗਲੇ ਰਾਊਂਡ 'ਚ ਸਾਂਝੀ ਕਰੂੰਗਾ। ਕਿਵੇਂ ਉਹਨਾਂ ਨੇ ਕਿਹਾ ਕਿ ਇਲੈਕਸ਼ਨ ਹੀ ਨਹੀਂ ਹੁੰਦੀ। ਜੇ ਇਲੈਕਸ਼ਨ ਨਹੀਂ ਹੁੰਦੀ ਤਾਂ ਇਹ ਜਿਹੜਾ ਪੂਰੇ ਦਾ ਪੂਰਾ ਹਾਊਸ ਹੈ, ਇਹ ਕਾਰਜਕਾਰਨੀ ਆ, ਇਹ ਪ੍ਰਧਾਨ ਨੇ, ਇਹ ਸਾਰੇ ਕਾਰਜਕਾਰੀ ਹੋ ਗਏ। ਇਹ ਤਾਂ ਆਪਣਾ ਸਮਾਂ ਗਵਾ ਚੁੱਕੇ ਆ। ਇਹ ਗੱਲਾਂ ਵੀ ਉਹਨਾਂ ਨੇ ਕੀਤੀਆਂ। ਵੈਸੇ ਜਦੋਂ ਇਹ ਜਿਹੜਾ ਐਕਟ ਇਹ ਆ ਰਿਹਾ, ਅਮੈਂਡਮੈਂਟ ਐਕਟ ਦਾ, ਸਿੱਖ ਗੁਰਦੁਆਰਾਜ਼ ਅਮੈਂਡਮੈਂਟ ਐਕਟ 2023, ਇਹਦੇ ਵਿੱਚ 125 ਇਹ ਆ, ਉਹ ਬੜਾ ਕਲੀਅਰ ਕਹਿ ਰਹੀ ਆ ਕਿ ਇਟ ਸ਼ੈਲ ਬੀ ਦ ਡਿਊਟੀ ਆਫ ਦ ਬੋਰਡ ਟੂ ਪ੍ਰੋਪੇਗੇਟ ਦ ਟੀਚਿੰਗਸ ਆਫ ਦ ਗੁਰੂਜ਼ ਬਾਈ ਮੇਕਿੰਗ ਅਨਇੰਟਰਪਟਡ। ਇਹ ਕਹਿੰਦੇ ਨੇ ਕਿ ਇਹ ਲਾਈਵ ਫੀਡ, ਉਹ ਭਾਵੇਂ ਵੀਡੀਓ ਹੋਵੇ, ਆਡੀਓ ਹੋਵੇ, ਔਰ ਇਹ ਸਾਰੇ ਮੀਡੀਆ ਹਾਊਸਸ ਨੂੰ, ਆਊਟਲੈਟਸ ਨੂੰ, ਪਲੇਟਫਾਰਮਸ ਨੂੰ, ਚੈਨਲਸ ਨੂੰ, ਇਹ ਸਾਰਿਆਂ ਨੂੰ ਤੁਸੀਂ ਫ੍ਰੀ ਆਫ ਕਾਸਟ ਦੁਨੀਆ ਭਰ ਦੇ ਵਿੱਚ ਬੈਠੇ ਲੋਕਾਂ ਨੂੰ ਦਿਓਗੇ। ਇਹ ਸਵਾਲ ਕਿਵੇਂ ਕੋਈ ਮੰਨੂਗਾ? ਇਹਦੇ ਉੱਤੇ ਕੀ ਇਹ ਡਾਇਰੈਕਸ਼ਨ ਆ? ਇਹ ਜਦੋਂ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਐਕਟ ਇਸ ਤਰੀਕੇ ਨਾਲ ਡਿਕਟੇਟ ਕਰ ਰਿਹਾ, ਔਰ ਐਕਟ ਹਮੇਸ਼ਾ ਡਿਕਟੇਟ ਕਰਦੇ ਹੁੰਦੇ ਆ,
ਤੇ ਉਸ ਤੋਂ ਬਾਅਦ ਇਹ ਸਿਚੁਏਸ਼ਨ ਬੜੀ ਅਜੀਬੋ-ਗਰੀਬ ਹੋ ਸਕਦੀ ਹੈ ਕਿ ਕੀ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸ਼ੁਰੂ ਕਰੂਗੀ ਜਿੱਥੋਂ ਉਹ ਲਾਈਵ ਫੀਡ ਮੁਹੱਈਆ ਕਰਾਊਗੀ ਜਾਂ ਸਰਕਾਰ ਕਰੂਗੀ। ਇਸ ਐਕਟ ਜਿਹੜਾ ਕਿ ਪਬਲਿਸ਼ ਹੋਣ ਦੀ ਡੇਟ ਤੋਂ ਬਾਅਦ ਲਗਭਗ ਲਾਗੂ ਹੋ ਜਾਊਗਾ, ਉਹ ਕੀ ਸਰਕਾਰ ਯਕੀਨੀ ਬਣਾਊਗਾ ਕਿ ਦਰਬਾਰ ਸਾਹਿਬ ਹਦੂਦ ਦੇ ਵਿੱਚ ਸੱਚਖੰਡ ਸਾਹਿਬ ਤੋਂ ਲਾਈਵ ਫੀਡ ਦਾ ਪ੍ਰਬੰਧ ਕੀਤਾ ਜਾਣਾ, ਉੱਤੇ ਹੋਣ ਵਾਲੇ ਖਰਚੇ ਕੀ ਉਹਦੇ ਵਿੱਚ ਐਂਟਰੀ ਸ਼੍ਰੋਮਣੀ ਕਮੇਟੀ ਸਰਕਾਰ ਨੂੰ ਕਰਨ ਦੇਊਗੀ ਜਾਂ ਉਹ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਐਕਟ ਅਮੈਂਡਮੈਂਟ ਐਕਟ ਦੇ ਅਨੁਸਾਰ ਕੰਮ ਕਰਨਾ ਸ਼ੁਰੂ ਕਰ ਦੇਊਗੀ, ਜਿਹਦਾ ਉਹ ਵਿਰੋਧ ਕਰ ਰਹੇ। ਕਿਉਂ ਕਰਨਗੇ? ਉਹ ਕੋਰਟਾਂ ਦਾ ਰਾਹ ਵੀ ਇਖਤਿਆਰ ਕਰਨਗੇ। ਸੋ ਸਭ ਤੋਂ ਵੱਡਾ ਸਿਆਪਾ, ਸਭ ਤੋਂ ਵੱਡੀ ਲੜਾਈ ਇਸ ਗੱਲ ਦੀ ਆ ਕਿ ਜੋ ਕਿਹਾ ਜਾ ਰਿਹਾ ਇਹਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਣਾ, ਇਹ ਕਿਵੇਂ ਅਮਲ ਚ ਆਊਗਾ। ਇਹ ਨਵੇਂ ਟਕਰਾਅ ਦਾ ਰਾਹ ਵਾ। ਰੋਜ਼ ਕਬੱਡੀ, ਰੋਜ਼ ਕੁਸ਼ਤੀ ਹੋਊਗੀ, ਪੋਲੀਟੀਕਲ ਕੁਸ਼ਤੀ। ਇੰਦਰਪ੍ਰੀਤ ਜੀ, ਆਖਰੀ ਟਿੱਪਣੀ ਦੇ ਕੇ ਮੈਨੂੰ ਦੱਸੋ ਕਿ ਪੰਜਾਬ ਪੁਲਿਸ ਦੇ ਐਕਟ ਵਿੱਚ ਵੀ ਸੋਧ ਹੋ ਰਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਹੁਣ ਕਾਲਾ ਚੋਲਾ ਪਾ ਕੇ ਚਾਂਸਲਰ ਵਾਲਾ ਡਿਗਰੀਆਂ ਵੰਡਿਆ ਕਰਨਗੇ ਗਵਰਨਰ ਦੀ ਗੈਰ ਹਾਜ਼ਰੀ 'ਚ, ਕਿਉਂਕਿ ਗਵਰਨਰ ਦੇ ਨਾਲ ਮੁੱਖ ਮੰਤਰੀ ਹਮੇਸ਼ਾ ਨੀਵੇਂ ਪਾਸੇ ਨੂੰ ਹੋ ਜਾਂਦਾ। ਸੋ ਕੀ ਉਹ ਵੀ ਬਿੱਲ ਆ ਰਿਹਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਹੁਣ ਭਗਵੰਤ ਮਾਨ ਹੋਣਗੇ? ਕਿੰਨਾ ਸਵਾਦ ਆਊਗਾ, ਜਿਹੜਾ ਸਵਾਦ ਬੰਗਾਲ 'ਚ, ਤਾਮਿਲਨਾਡੂ ਦੇ ਵਿੱਚ ਜਿਹੜਾ ਕੋਰਟਾਂ ਕਚਹਿਰੀਆਂ 'ਚ ਫਸਿਆ। ਗੱਲ ਤੋਰੋ ਜ਼ਰਾ। ਰੰਧਾਵਾ ਸਾਹਿਬ ਦੇਖੋ, ਦੋਨੋਂ ਜਿਹੜੇ ਇਹ ਏਜੰਡੇ ਸੀ ਦੋਨੋਂ ਕੈਬਨਿਟ ਨੇ ਪਾਸ ਕੀਤੇ ਹੈਗੇ ਆ, ਪਰ ਇੰਟਰਸਟਿੰਗ ਗੱਲ ਹੈ ਕਿ ਦੋਨੋਂ ਹੀ ਪ੍ਰੈਸ ਨੋਟ ਦੇ ਵਿੱਚ ਨਹੀਂ ਆਏ। ਜਿਹੜਾ ਗਵਰਨਮੈਂਟ ਪ੍ਰੈਸ ਨੋਟ ਜਾਰੀ ਕਰਦੀ ਹੈ, ਔਰ ਕਿਉਂਕਿ ਜਿਹੜੀ ਸੈਸ਼ਨ ਤੋਂ ਪਹਿਲਾਂ ਜਿਹੜੀ ਕੈਬਨਿਟ ਹੁੰਦੀ ਹੈ ਉਹ ਹੁੰਦੀ ਇਸ ਕਰਕੇ ਹੈ ਕਿ ਜਿਹੜੇ ਬਿੱਲ ਉਹਦੇ 'ਚ ਪੇਸ਼ ਕੀਤੇ ਜਾਣੇ ਆ ਵਿਧਾਨ ਸਭਾ ਦੇ ਅੰਦਰ, ਉਹਨਾਂ ਨੂੰ ਕੈਬਨਿਟ ਅਪਰੂਵਲ ਦੇਵੇ। ਹੁਣ ਦੋਨਾਂ ਨੂੰ ਕੈਬਨਿਟ ਦੇ ਅੰਦਰ ਤਾਂ ਅਪਰੂਵਲ ਦੇਤੀ ਹੈ, ਲੇਕਿਨ ਔਰ ਬਾਹਰ ਚੀਫ ਮਿਨਿਸਟਰ ਨੇ ਕਹਿ ਵੀ ਦਿੱਤਾ ਆ ਕੇ, ਮਤਲਬ ਕੁਝ ਪੱਤਰਕਾਰਾਂ ਨੂੰ ਉਹਨਾਂ ਨੇ ਆ ਕੇ ਬਾਹਰ ਕਿਹਾ ਵੀ ਹੈ ਵੀ ਅਸੀਂ ਇਹ ਜਿਹੜਾ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲਗਾਉਣ ਵਾਲਾ ਅਸੀਂ ਕਰ ਰਹੇ ਹਾਂ। ਔਰ ਮੇਰੇ ਇੱਕ ਬਹੁਤ ਸੀਨੀਅਰ ਜਿਹੜੇ ਆਫੀਸਰਸ ਹੈ ਉਹਨਾਂ ਨਾਲ ਵੀ ਗੱਲ ਹੋਈ ਕਿ यूपीएससी वाला जो अमेंडमेंट वाला वो वाला एक्ट भी आएगा, पुलिस वाला जो डीजीपी की स्थाई नियुक्ति स्टेट लैवल से ही करनी है, ਉਹਦਾ भी एक्ट आना है संशोधित एक्ट। ਹੁਣ ਉਹਦਾ ਕੋਈ डिटेल कल ਪ੍ਰੈਸ ਨੋਟ ਦੇ ਵਿੱਚ ਨਹੀਂ ਆਈ, ਔਰ ਜਿਹੜਾ ਪ੍ਰੋਗਰਾਮ ਵੀ ਅੱਜ ਜਾਰੀ ਕੀਤਾ ਹੈ ਵਿਧਾਨ ਸਭਾ ਨੇ ਉਹਦੇ ਵਿੱਚ ਵੀ ਉਹ ਨਹੀਂ ਹੈ। ਹੁਣ ਕੀ ਉਹ ਟੇਬਲ ਏਜੰਡੇ ਹੋਣਗੇ ਜਦ ਔਨ ਦਾ ਸਪੌਟ ਜਿਹੜੇ ਦਿੱਤੇ ਨੇ, ਪਹਿਲਾਂ ਵੀ ਬਹੁਤ ਵਾਰੀ ਹੋਏ ਨੇ ਕਿ ਔਨ ਦਾ ਸਪੌਟ ਹੀ ਕਈ ਵਾਰੀ ਜਿਹੜੇ ਬਿੱਲ ਨੇ ਉਹ ਉੱਥੇ ਪੇਸ਼ ਕਰਤੇ ਜਾਣੇ। ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਰੈਵਨਿਊ ਦੇ 2 ਐਕਟ ਹੈਗੇ ਨੇ ਉਹ ਵੀ ਕੱਲ ਸੰਸ਼ੋਧਿਤ ਹੋਏ ਨੇ। ਉਹ ਪ੍ਰੈਸ ਨੋਟ 'ਚ ਤਾਂ ਆ ਗਿਆ, ਲੇਕਿਨ ਇਹਦੇ ਜਿਹੜਾ ਨੇ ਪ੍ਰੋਗਰਾਮ ਜਾਰੀ ਕੀਤਾ ਹੈ ਵਿਧਾਨ ਸਭਾ ਨੇ ਉਹਦੇ ਵਿੱਚ ਨਹੀਂ ਹੈਗਾ। ਹੁਣ ਇਹ ਬੜਾ ਇੰਟਰਸਟਿੰਗ ਚੀਜ਼ਾਂ ਨੇ ਕਿ ਇੰਨੇ ਵੱਡੇ ਬਿੱਲ ਨੇ, ਨਾ ਤਾਂ ਤੁਸੀਂ ਪ੍ਰੈਸ ਨੋਟ ਜਾਰੀ ਕਰ ਰਹੇ ਉਹਦਾ ਕਿ ਅਸੀਂ ਹਾਂ ਦੇਵਾਂਗੇ ਅੰਦਰ, ਨਾ ਹੀ ਵਿਧਾਨ ਸਭਾ ਦੇ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਕਿ ਉਹ ਆਣਗੇ ਉੱਥੇ। ਸੋ ਬੜਾ ਕਨਫਿਊਜ਼ਨ ਜਾਂ ਵਾਲਾ ਸਿਸਟਮ ਕ੍ਰੀਏਟ ਕਰਦਾ ਹੈ। ਮੈਂ ਜਿਹੜੀ ਪਹਿਲਾਂ ਗੱਲ ਕਰ ਰਿਹਾ ਸੀ ਕਿ ਜਦੋਂ BSc ਦੀ ਮੀਟਿੰਗ ਹੁੰਦੀ ਹੈ ਉਦੋਂ ਇਹ ਚੀਜ਼ਾਂ ਤੈਅ ਹੋ ਜਾਂਦੀਆਂ ਨੇ, ਉਦੋਂ ਇਹ ਕਹਿੰਦੇ ਹੈ ਵੀ ਆਹ ਯਾਰ 5 ਬਿੱਲ ਆਣੇ ਨੇ, ਇਸ ਕਰਕੇ ਸਾਨੂੰ ਇੰਨਾ ਟਾਈਮ ਤਾਂ ਲੱਗੂਗਾ, ਇਹਦੇ ਤੇ ਬਹਿਸ ਕਰਾਣੀ ਹੈ ਜਾਂ ਜੋ ਵੀ ਕਰਨਾ ਹੈ। ਉਹ ਬਹਿਸ ਹੋਏ ਨਾ ਹੋਏ ਅਲੱਗ ਚੀਜ਼ ਹੈ। ਹੁਣ ਇੱਥੇ ਫਿਰ ਉਹੀ ਗੱਲ ਆ ਜਾਣੀ ਹੈ ਜਿਹੜੀ ਬਾਰ-ਬਾਰ ਵਿਰੋਧੀ ਪਾਰਟੀਆਂ ਹੀ ਇਹ ਗੱਲਾਂ ਕਰਦੀਆਂ ਨੇ ਕਿ ਸਾਨੂੰ ਪਹਿਲਾਂ ਬਿੱਲ ਨਹੀਂ ਦਿੰਦੇ ਤੁਸੀਂ, ਅਸੀਂ ਕਦੋਂ ਪੜ੍ਹੀਏ। ਸਪੋਜ਼ ਅੱਜ ਔਨ ਦਾ ਟੇਬਲ ਇਹ ਦੋਨੋਂ ਇੰਪੋਰਟੈਂਟ ਬਿੱਲ ਜਿਹੜੇ ਔਨ ਦਾ ਟੇਬਲ ਹੀ ਔਨ ਦਾ ਸਪੌਟ ਟੇਬਲ ਤੇ ਪੇਸ਼ ਕਰਤੇ ਜਾਣਗੇ, ਤਾਂ ਫਿਰ ਕਿਹਨੂੰ ਪਤਾ ਹੈ ਕਿ ਇਹਦੇ 'ਚ ਕੀ ਅਮੈਂਡਮੈਂਟ ਹੋਈ ਹੈ ਔਰ ਉਹਦੀ ਟੈਕਨੀਕੈਲਿਟੀਜ਼ ਕੀ ਨੇ, ਕਿਵੇਂ ਅਸੀਂ ਇਸ ਤੇ ਬੋਲਾਂਗੇ। ਕੁਝ ਨਹੀਂ ਹੋਊਗਾ। ਇਹਦਾ ਮਤਲਬ ਹੈ ਕਿ ਨੰਬਰ ਗੇਮਸ ਦੇ ਸਹਾਰੇ ਉਹ ਧੱਕੇ ਨਾਲ ਪਾਸ ਹੋ ਜਾਣਗੀਆਂ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀ ਵਿਧਾਨ ਸਭਾ ਜਿਹਦੇ 'ਚ ਕਾਨੂੰਨ ਬਣਦੇ ਨੇ ਏਡੇ ਵੱਡੇ, ਉਹ ਕਾਨੂੰਨ ਦੇ ਉੱਤੇ ਕੋਈ ਬਹਿਸ ਵੀ ਕਰਵਾਣੀ ਹੈ ਕਿ ਨਹੀਂ ਕਰਵਾਣੀ। ਜੇ ਤਾਂ ਕਰਵਾਣੀ ਨਹੀਂ ਹੈ ਤਾਂ ਫਿਰ ਇਹ ਜਿਹੜਾ ਇੱਕ ਮਤਲਬ ਰਸਮ ਅਦਾਇਗੀ ਜੀ ਹੈਗੀ ਹੈ ਵੀ ਵਿਧਾਨ ਸਭਾ 'ਚ ਪੇਸ਼ ਕਰਨੇ ਜ਼ਰੂਰੀ ਨੇ, ਫਿਰ ਤਾਂ ਮੈਨੂੰ ਲੱਗਦਾ ਇਹ ਵੀ ਬੰਦ ਹੀ ਕਰ ਦਿੱਤੀ ਜਾਣੀ ਚਾਹੀਦੀ ਹੈ। ਕਿਉਂਕਿ ਨਾ ਤਾਂ ਤੁਸੀਂ ਕਿਸੇ ਵਿਧਾਇਕ ਨੂੰ ਮੌਕਾ ਦੇ ਰਹੇ ਹੋ ਕਿ ਉਹ ਬੋਲ ਸਕੇ ਦੇ ਉੱਤੇ, ਬੋਲ ਇਸ ਕਰਕੇ ਨਹੀਂ ਸਕੇਗਾ ਕਿਉਂਕਿ ਉਹਦੀ ਤਿਆਰੀ ਨਹੀਂ ਹੈ। ਅੱਜ ਔਨ ਦਾ ਸਪੌਟ ਪੇਸ਼ ਕਰੋਗੇ ਤੁਸੀਂ ਸਾਰੇ। ਤਾਂ ਇਦਾਂ ਦੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਉੱਤੇ ਡਿਬੇਟ ਹੋਣੀ ਬਣਦੀ ਹੈ, ਪਰ ਮੈਨੂੰ ਲੱਗਦਾ ਕਿ ਡਿਬੇਟ ਦਾ ਜਿਹੜਾ ਸਿਸਟਮ ਹੈ ਉਹ ਹੌਲੀ ਸੰਕੀਰਣ ਕੀਤਾ ਜਾ ਰਿਹਾ ਹੈ। 2 ਦਿਨ ਪਹਿਲਾਂ ਹੀ ਹਜੇ ਸਾਡੇ ਸਪੀਕਰ ਸਾਹਿਬ ਜਿਹੜੇ ਹੈਗੇ ਕੁਲਤਾਰ ਸਿੰਘ ਸੰਧਵਾ, ਉਹ MIT ਯੂਨੀਵਰਸਿਟੀ ਪੁਣੇ ਮੁੰਬਈ ਦੇ ਵਿੱਚ ਇੱਕ ਪ੍ਰੋਗਰਾਮ ਕਰਕੇ ਆਏ ਆ, ਨੈਸ਼ਨਲ ਲੈਜਿਸਲੇਟਿਵ ਕਾਨਫਰੰਸ ਦੇ ਵਿੱਚ ਜਾ ਕੇ ਆਏ ਆ, ਜਿਹਦੇ ਵਿੱਚ ਪੂਰੇ ਕੰਟਰੀ ਤੋਂ 1200-1300 MLA ਇਕੱਠੇ ਹੋਏ ਨੇ। ਪਹਿਲੀ ਵਾਰ ਕੰਟਰੀ 'ਚ ਇੰਨੇ MP ਇਕੱਠੇ ਹੁੰਦੇ ਰਹਿੰਦੇ ਆ ਪਾਰਲੀਮੈਂਟ 'ਚ, ਲੇਕਿਨ ਵੱਖ-ਵੱਖ ਸਟੇਟਾਂ ਦੇ MLA ਕਦੇ ਇਕੱਠੇ ਨਹੀਂ ਹੁੰਦੇ।
ਉੱਥੇ ਵੀ ਇਹੀ ਚੀਜ਼ਾਂ ਹੋਈਆਂ ਨੇ ਕਿ ਸਾਡਾ ਡਿਬੇਟ ਦਾ ਜਿਹੜਾ ਟਾਈਮ ਹੈ ਉਹ ਡੇ ਬਾਈ ਡੇ ਘਟਦਾ ਜਾ ਰਿਹਾ ਹੈ। ਅਸੀਂ ਉਹਨੂੰ ਵਧਾਉਣਾ ਹੈ। ਇਹ ਸਰਕਾਰ ਪਾਰਟੀ ਤਾਂ ਆਈ ਸੀ ਵੀ ਅਸੀਂ ਉਹਨੂੰ ਵਧਾਵਾਂਗੇ, ਪਰ ਇਹ ਤਾਂ ਖਤਮ ਹੀ ਕਰਦੀ ਜਾ ਰਹੀ ਹੈ। ਇਹ ਬੜੀ ਚਿੰਤਾ ਵਾਲੀ ਗੱਲ। ਭਾਸਕਰ ਸਾਹਿਬ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਪਾਂ ਪਿੱਛੇ 2 ਸੈਸ਼ਨ ਦੇਖੇ, ਵਿਸ਼ੇਸ਼ ਸੱਤਰ, ਔਰ ਉਹ ਸੱਤਰ ਕੈਪਟਨ ਅਮਰਿੰਦਰ ਸਿੰਘ ਦੇ ਪੀਰੀਅਡ 'ਚ ਸੀ। ਇੱਕ ਨਸ਼ਿਆਂ ਵਾਲਾ, ਦੂਜਾ ਬੇਅਦਬੀ ਮਾਮਲਿਆਂ ਤੇ ਬੜੀ ਗਹਿ ਕੱਚ ਬਹਿਸ ਹੋਈ, ਦੇਰ ਰਾਤ ਤੱਕ ਵੀ ਚੱਲੀਆਂ ਕਿ ਇੰਨੇ ਅਹਿਮ ਬਿੱਲ ਜਦੋਂ ਟੇਬਲ ਕੀਤੇ ਜਾ ਰਹੇ ਆ, ਇਹ ਐਕਟ ਬਣ ਰਿਹਾ, ਸੋਧਾਂ ਹੋ ਰਹੀਆਂ, ਕਿ ਲਾਈਵ ਪ੍ਰਸਾਰਣ ਦੌਰਾਨ ਇਹਦੇ ਤੇ ਗਹਿ ਕੱਚ ਬਹਿਸ ਹੋਊਗੀ, ਕਿਉਂਕਿ ਬੀਜੇਪੀ ਇਹਨਾਂ ਦਾ ਵਿਰੋਧ ਕਰਨ ਲਈ, ਬਾਈਕਾਟ ਕਰਨ ਲਈ ਕਹਿ ਚੁੱਕੀ ਹੈ। ਅਕਾਲੀ ਦਲ ਦੀ ਹਾਜ਼ਰੀ ਬਹੁਤ ਭਰਵੀਂ ਨਹੀਂ, ਜੇ ਵਿਰੋਧ ਕਰਨ ਵੀ ਤਾਂ ਦਰਜ ਨਹੀਂ ਹੁੰਦਾ ਇੰਨਾ ਵੱਡਾ। ਬਾਜਵਾ ਸਾਹਿਬ ਨੇ ਪੱਤੇ ਨਹੀਂ ਖੋਲੇ, ਉਹ ਅੰਦਰ ਰਹਿ ਕੇ ਡਿਬੇਟ ਦਾ ਹਿੱਸਾ ਹੋਣਗੇ ਨਹੀਂ ਹੋਣਗੇ। ਜੇਕਰ ਗੁਰਬਾਣੀ ਪ੍ਰਸਾਰਣ ਵਾਲੇ ਮਾਮਲੇ ਤੇ ਡਿਬੇਟ ਨਹੀਂ ਹੁੰਦੀ, ਸਰਕਾਰ ਕਟਹਿਰੇ 'ਚ ਖੜੀ ਹੋਊਗੀ। ਮੁੱਖ ਮੰਤਰੀ ਕੋਲ ਬੋਲਣ ਲਈ ਇਹਨਾਂ ਮਾਮਲਿਆਂ 'ਚ ਬਹੁਤ ਕੁਝ ਹੁੰਦਾ, ਉਹ ਜ਼ਰੂਰ ਇਸ ਮੌਕੇ ਦਾ ਲਾਹਾ ਲੈਣਾ ਚਾਹਣਗੇ। ਉਸ ਤੋਂ ਇਲਾਵਾ ਕਿੰਨੇ ਬੰਦੇ ਸੱਤਾਧਾਰੀਆਂ ਦੇ ਤਿਆਰੀ ਕਰਕੇ ਆਉਂਦੇ ਆ, ਕਿਉਂਕਿ ਡਿਊਟੀ ਲੱਗ ਜਾਂਦੀ ਹੈ ਪਹਿਲਾਂ ਕਿ ਤੁਸੀਂ ਆ ਬੋਲਣਾ। ਕੀ ਵਿਰੋਧੀ ਧਿਰਾਂ ਲੌਜੀਕਲੀ ਇਹਦੇ ਤੇ ਵਿਰੋਧ ਦਰਜ ਕਰ ਪਾਉਣਗੀਆਂ ਤੇ ਕੀ ਉਹ ਉਸ ਰਿਕਾਰਡ ਦਾ ਹਿੱਸਾ ਹੋਏਗਾ ਵਿਧਾਨ ਸਭਾ ਦੇ ਦਾ? ਦੂਜੀ ਗੱਲ ਕਿ ਜਦੋਂ ਪੁਲਿਸ ਐਕਟ ਸੋਧ ਲਈ ਆਏਗਾ ਤਾਂ ਕੀ ਉੱਥੇ ਰੌਲੇ ਨਹੀਂ ਪੈਣਗੇ ਕਿ ਇੱਕ ਪਾਸੇ ਸਾਨੂੰ ਸੁਪਰੀਮ ਕੋਰਟ ਤੇ ਬਾਕੀ ਸਾਨੂੰ ਲੱਗਦਾ ਹੈ ਕਿ ਸਾਡੇ 'ਚ ਦਖਲਅੰਦਾਜ਼ੀਆਂ ਜਾਂ ਨਿਯਮਾਂ ਦੇ ਉਲਟ ਜਾ ਕੇ, ਤੇ ਜਦੋਂ ਅਸੀਂ ਨਿਯਮਾਂ ਨੂੰ ਤੋੜ ਭੰਨਣਾ ਚਾਹੁੰਦੇ ਹਾਂ ਤੇ ਇਹ ਵੀ ਰੌਲੇ। ਤੇ ਤੀਜਾ ਮਾਮਲਾ ਗਵਰਨਰ ਦੀਆਂ ਤਾਕਤਾਂ ਨੂੰ ਛੋਟੀਆਂ ਕਰਨ ਵਾਲਾ। ਉਹ ਗਵਰਨਰ ਜਿਨ੍ਹਾਂ ਕੋਲ ਵਿਰੋਧੀ ਧਿਰਾਂ ਹਰ ਦੂਜੇ ਦਿਨ ਜਾਂਦੀਆਂ ਨੇ, ਮੰਗ ਪੱਤਰ ਦੇ ਕੇ ਆਉਂਦੀਆਂ, ਉਹਨਾਂ ਦੇ ਮੋਢੇ ਤੇ ਰੱਖ ਕੇ ਚਲਾਉਂਦੀਆਂ ਨੇ, ਮਾਸਸ ਦੀ ਲੜਾਈ ਲੜਨ ਨਾਲੋਂ ਗਵਰਨਰ ਦੀ ਲੜਾਈ, ਚਿੱਠੀ ਪੱਤਰ ਦੀ ਲੜਾਈ ਦੇ ਵਿੱਚ ਪੈਣਾ ਚਾਹੁੰਦੀਆਂ, ਉਹਦੀਆਂ ਤਾਕਤਾਂ ਨੂੰ ਸੁੰਗੇੜਨ ਦਾ ਜਿਹੜਾ ਯਤਨ ਹੋਣਾ, ਇਹਨਾਂ ਦੇ ਉੱਤੇ ਜੇ ਬਹਿਸ ਦੀ ਅਣਹੋਂਦ ਹੋਊਗੀ ਤਾਂ ਫਿਰ ਲਾਈਵ ਕੈਮਰਾਸ ਦਾ ਕੀ ਅਰਥ ਹੋਊਗਾ, ਲਾਈਵ ਟੈਲੀਕਾਸਟ ਦਾ ਕੀ ਅਰਥ ਹੋਊਗਾ? ਫਿਰ ਗੁਰਬਾਣੀ ਦੇ ਲਾਈਵ ਪ੍ਰਸਾਰਣ ਤੇ ਪੈਣ ਵਾਲੇ ਰੌਲੇ ਜਿਹੜੇ ਰੋਜ਼ ਪੈ ਰਹੇ ਨੇ, ਤੁਸੀਂ ਆਪਣੀ ਵਿਧਾਨ ਸਭਾ 'ਚ ਉਹਦੀ ਸੰਗੀ ਘੁੱਟ ਦਿਓਗੇ। ਜਿਸ ਗੱਲ ਤੇ ਤੁਸੀਂ ਡਿਬੇਟ ਕਰਨਾ ਚਾਹ ਰਹੇ ਹੋ, ਜੇ ਉੱਤੇ ਤੁਸੀਂ ਡਿਬੇਟ ਨਹੀਂ ਕਰੋਗੇ ਤਾਂ ਫਿਰ ਤੁਸੀਂ ਵੀ ਕਟਹਿਰੇ ਚਾਹੋਗੇ। ਸੋ ਬੜਾ ਦਿਲਚਸਪ ਹੋਣ ਵਾਲਾ ਕਿ ਇਹਨਾਂ ਦੇ ਉੱਤੇ ਕਿਸ ਤਰ੍ਹਾਂ ਦੀਆਂ ਦਲੀਲਾਂ, ਤਰਕ, ਲੌਜਿਕ ਕਿਸ ਤਰ੍ਹਾਂ ਦੇ ਕੇ ਇਹਨੂੰ ਜਸਟੀਫਾਈ ਕੀਤਾ ਜਾਂਦਾ, ਇਹਨੂੰ ਤਰਕ ਸੰਗਤ ਕਰਾਰ ਦਿੱਤਾ ਜਾਂਦਾ, ਤੇ ਵਿਰੋਧੀ ਤਰ੍ਹਾਂ ਦਾ ਨਜ਼ਰੀਆ ਕੀ ਰਹਿਣ ਵਾਲਾ, ਇਹ ਬੜਾ ਅਹਿਮ ਹੋਊਗਾ। ਕੀ ਕਹਿੰਦੇ? ਜਿਸ ਤਰੀਕੇ ਨਾਲ ਗਵਰਨਰ ਸਾਹਿਬ ਬਾਰ-ਬਾਰ ਇਹ ਪੁੱਛ ਰਹੇ ਨੇ ਸਰਕਾਰ ਤੋਂ ਵੀ ਬਿਜ਼ਨਸ ਕੀ ਹੈਗਾ, ਔਰ ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਨੇ ਕਿਹਾ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੀ ਨਹੀਂ ਹੋਈ। ਉਹ ਮੀਟਿੰਗ ਭਾਵੇਂ ਆਫੀਸ਼ੀਅਲੀ ਨਾ ਹੋਈ ਹੋਏ, ਪਰ ਸਰਕਾਰ ਨੇ ਪੂਰਾ ਏਜੰਡਾ ਤੈਅ ਕੀਤਾ ਹੋਏਗਾ। ਉਹ ਏਜੰਡਾ, ਉਹ ਵੱਖਰੀ ਗੱਲ ਹੈਗੀ ਹੈ ਕਿ ਜਿਹੜੇ ਆਫੀਸ਼ੀਅਲ BAC ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਵਿਰੋਧੀ ਦਲ ਦੇ ਨੇਤਾ ਵੀ ਆਉਂਦੇ ਨੇ, ਪਰ ਫਲੋਰ ਮੈਨੇਜਮੈਂਟ ਦੀ ਗੱਲ ਦੇਖੋ, ਗਵਰਨਰ ਸਾਹਿਬ ਔਰ ਅੱਜ ਜੋ ਕੁਝ ਅਸੈਂਬਲੀ ਦੇ ਵਿੱਚ ਹੋਏਗਾ, ਸਾਰੇ ਦੇ ਸਾਰੇ ਜਿਹੜੇ ਬਿੱਲ ਅੱਜ ਪੇਸ਼ ਕੀਤੇ ਜਾਣਗੇ ਉਹਦੇ ਉੱਤੇ ਕੋਈ ਨਾ ਕੋਈ ਕੰਟਰੋਵਰਸੀ ਹੈ, ਔਰ ਉਹ ਮੰਗ ਬਹਿਸ ਦੀ, ਇੱਕ ਖਾਸ ਕਰਕੇ ਆਪੋਜੀਸ਼ਨ ਦੀ ਉਹਦੇ ਵਿੱਚ ਕੀ ਇਨਵੋਲਵਮੈਂਟ ਹੋਏਗੀ, ਉਹਦੇ ਉੱਤੇ ਫਲੋਰ ਮੈਨੇਜਮੈਂਟ ਨੂੰ ਧਿਆਨ ਵਿੱਚ ਰੱਖੋ। 18 ਹੈਗੇ ਨੇ ਕਾਂਗਰਸ ਦੇ, ਔਰ ਉਹਨਾਂ 18 ਨੂੰ ਕੋਈ ਵੱਡੀ ਗੱਲ ਨਹੀਂ, ਇਹ ਜਦ ਇਹ ਸੈਸ਼ਨ ਸ਼ੁਰੂ ਹੋਏਗਾ ਉਹ 18 ਦੇ 18 ਬਾਹਰ ਜਾਂ ਆਪ ਚਲੇ ਜਾਣਗੇ ਜਾਂ ਉਹਨਾਂ ਨੂੰ ਕੱਢ ਦਿੱਤਾ ਜਾਏਗਾ। ਉਸ ਤੋਂ ਬਾਅਦ ਜਿਹੜੇ ਅਕਾਲੀ ਦਲ ਦੇ 3 ਹੈਗੇ ਨੇ, ਉਹ ਕਿੰਨਾ ਰਾਜਾ ਵੜਿੰਗ ਵਿਦੇਸ਼ ਗਏ ਨੇ, 17 ਰਹਿ ਗਏ, ਇੱਕ ਤਾਂ ਹੋਰ ਜੇ ਇੱਧਰ ਉੱਧਰ ਹੋ ਗਿਆ ਇਹੋ ਜੇ ਭਰਵੇਂ ਮੌਕੇ ਤੇ, ਵੱਡੀ ਗੱਲ ਨਹੀਂ, 15-16 ਲਾ ਕੇ ਇਹ ਫਲੋਰ ਮੈਨੇਜਮੈਂਟ ਦੇ ਵਿੱਚ ਇਹ ਗੱਲ ਤੈਅ ਹੋਏਗੀ, ਜਾਂ ਤੇ ਉਹ ਖੁਦ ਬਾਹਰ ਚਲੇ ਜਾਣਗੇ ਇਨ ਪ੍ਰੋਟੈਸਟ, ਕਿਉਂਕਿ ਬਾਜਵਾ ਸਾਹਿਬ ਦੇ ਖਿਲਾਫ ਇੱਕ ਪ੍ਰਿਵਿਲੇਜ ਮੋਸ਼ਨ ਲਿਆਉਣ ਦੀ ਗੱਲ ਚੱਲ ਰਹੀ ਹੈ ਆਲਰੇਡੀ, ਔਰ ਜਾਂ ਤੇ ਜਿਸ ਤਰ੍ਹਾਂ ਉਸ ਤੋਂ ਬਾਅਦ ਅਕਾਲੀ ਦਲ ਦੇ ਹੈਗੇ 3 ਵਿੱਚ ਕਿੰਨਾ ਕੁ ਦਮ ਹੈਗਾ, ਭਾਵੇਂ ਉਹ ਗੁਰਦੁਆਰਾ ਐਕਟ ਅਮੈਂਡਮੈਂਟ ਜਿਹੜੇ ਲੈ ਕੇ ਆ ਰਹੇ ਨੇ ਉਹਦਾ ਕਿੰਨਾ ਕੁ ਵਿਰੋਧ ਕਰ ਲੈਣਗੇ। ਉਹ ਤਿੰਨਾਂ ਦੇ ਵਿੱਚੋਂ ਵੀ ਬਹੁਤੇ ਜ਼ਿਆਦਾ ਬੋਲਦੇ ਨਹੀਂ, ਔਰ ਬੀਜੇਪੀ ਨੇ ਤੇ ਪਹਿਲੇ ਬਾਈਕਾਟ ਕਰਨ ਦਾ ਫੈਸਲਾ ਕੀਤਾ, ਕਿਉਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਜੋ ਵੀ ਅੱਜ ਅਸੈਂਬਲੀ ਦੇ ਵਿੱਚ ਹੋਣਾ ਹੈ ਉਹ ਸਾਰਾ ਉਹਨਾਂ ਦੀ ਪਾਰਟੀ ਕੇਂਦਰ ਸਰਕਾਰ ਦੇ ਖਿਲਾਫ ਹੀ ਜਾਣਾ ਹੈ। ਹੁਣ ਏਦਾਂ ਦੇ ਹਾਲਾਤ ਦੇ ਵਿੱਚ ਫ੍ਰੀ ਪਿਚ ਉਹਨਾਂ ਨੂੰ, ਆਮ ਆਦਮੀ ਪਾਰਟੀ ਨੂੰ ਅੱਜ ਮਿਲੇਗੀ ਅਸੈਂਬਲੀ ਦੇ ਵਿੱਚ। ਉਹ ਜੋ ਕਰਾਉਣਾ ਚਾਹੁੰਦੇ ਨੇ ਅੱਜ ਉਹ ਸਾਰਾ ਕੁਝ ਕਰਾ ਸਕਦੇ ਨੇ। ਹੁਣ DGP ਦੇ ਵਿੱਚ, ਪੰਜਾਬ ਪੁਲਿਸ ਐਕਟ ਦੇ ਵਿੱਚ ਅਮੈਂਡਮੈਂਟ ਦੀ ਗੱਲ, ਮਜੀਠੀਆ ਸਾਹਿਬ ਹਾਊਸ ਦੇ ਮੈਂਬਰ ਨਹੀਂ ਹੈਗੇ, ਉਹਨਾਂ ਨੇ ਬਾਹਰ ਰਹਿ ਕੇ ਇਹ ਗੱਲ ਕਹਿਤੀ, ਦੇਖੋ ਜੀ ਪਪਟ DGP ਲਾਉਣ ਦੀ ਤਿਆਰੀਆਂ ਚੱਲ ਰਹੀ ਹੈ। ਗੁਰਦੁਆਰਾ ਐਕਟ ਦੇ ਉੱਤੇ ਵੀ ਅਸੈਂਬਲੀ ਤੋਂ ਬਾਹਰ ਤੇ ਬਹਿਸ ਹੋ ਰਹੀ ਹੈ, ਅਸੈਂਬਲੀ ਦੇ ਵਿੱਚ ਕੋਈ ਬਹਿਸ ਨਹੀਂ ਹੋਏਗੀ ਇਸ ਤਰੀਕੇ ਦਾ, ਕਿ ਨਵੇਂ ਤਰੀਕੇ ਨਾਲ ਜਿਹੜੀ ਐਕਟ ਲਿਆਇਆ ਜਾ ਰਿਹਾ ਹੈ। ਉਸ ਤੋਂ ਇਲਾਵਾ ਗਵਰਨਰ ਸਾਹਿਬ ਨੂੰ ਚਾਂਸਲਰ ਦੇ ਪਦ ਤੋਂ ਹਟਾਉਣ ਦੀ ਗੱਲ ਚੱਲੇਗੀ। ਉਹ ਗਵਰਨਰ ਸਾਹਿਬ ਜਿਹੜੇ ਕਹਿ ਰਹੇ ਮੈਨੂੰ ਦੱਸੋ ਤੁਸੀਂ ਅੱਜ ਕਰਨਾ ਕੀ ਹੈ, ਉਹ ਕਿਉਂ ਦੱਸਣ, ਉਹ ਦੱਸਣ ਤੇ ਫਿਰ ਤੁਹਾਨੂੰ ਪਹਿਲੀ ਆਬਜੈਕਸ਼ਨ ਹੋ ਜਾਏਗਾ, ਕਿਉਂਕਿ ਤੁਹਾਨੂੰ ਤੇ ਲਾਉਣ ਦੀ ਤਿਆਰੀਆਂ ਚੱਲ ਰਹੀ ਹੈ। ਪਰ ਹਾਂ, ਜਿਹੜਾ ਵੈਸਟ ਬੰਗਾਲ ਦੇ ਵਿੱਚ ਵੀ ਇਦਾਂ ਦਾ ਇੱਕ ਬਿੱਲ ਪਾਸ ਹੋਇਆ ਸੀਗਾ, ਉਹ ਕੋਰਟਾਂ ਦੇ ਵਿੱਚ ਅੜ ਗਿਆ, ਪਰ ਬਾਅਦ ਚੋਂ ਅੜ ਜਾਏ ਨਹੀਂ ਅੜ ਜਾਏ, ਪਰ ਆਪਣਾ ਵਿਰੋਧ ਤੇ ਚਾਂਸਲਰ ਸਾਹਿਬ
ਨੂੰ ਹਟਾਉਣ ਦੀ ਤਿਆਰੀਆਂ ਅੱਜ ਇਸ ਅਸੈਂਬਲੀ ਦੇ ਵਿੱਚ ਜ਼ਰੂਰ ਹੋ ਜਾਏਗੀ। ਉਸ ਤੋਂ ਇਲਾਵਾ ਨਿੰਦਾ ਪ੍ਰਸਤਾਵ, ਜਿੱਥੇ ਇਹ ਗੱਲ ਬਣੀ ਸੀ, ਜਿੱਥੋਂ ਇਹ ਗੱਲ ਸ਼ੁਰੂ ਹੋਈ ਸੀ ਕਿ ਭਾਜਪਾ ਦੀ ਕੇਂਦਰ ਸਰਕਾਰ ਦੇ ਖਿਲਾਫ RDF ਦੇ ਮੁੱਦੇ ਦੇ ਉੱਤੇ, ਨੈਸ਼ਨਲ ਹੈਲਥ ਮਿਸ਼ਨ ਦੇ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਪੰਜਾਬ ਦੇ ਪੈਸੇ ਰੋਕੇ ਹੋਏ ਨੇ, ਉਹਦੇ ਉੱਤੇ ਇੱਕ ਕੜਾ ਨਿੰਦਾ ਪ੍ਰਸਤਾਵ ਆਏਗਾ। ਬੀਜੇਪੀ ਵਾਲੇ ਹੋਣੇ ਨਹੀਂ ਉੱਤੇ, ਉਹਨਾਂ ਨੇ ਕੀ ਉਹਦਾ ਵਿਰੋਧ ਕਰਨਾ ਹੈ। ਇਹ ਸਾਰੀ ਗੱਲਾਂ ਦੇ ਰਾਹੀਂ ਜੋ ਕੁਝ ਵੀ ਸਰਕਾਰ ਕਰਨਾ ਚਾਹਦੀ ਹੈ, ਅੱਜ ਪੂਰਾ ਜੰਮ ਕੇ ਬਹੁਤ ਸਾਰੀ ਗੱਲਾਂ ਨੂੰ ਬਾਹਰ ਕੱਢਿਆ ਗਿਆ। ਬਹੁਤ ਸਾਰੀ ਗੱਲਾਂ ਹੈਗੀਆਂ ਜਿਹੜੀ ਮੌਕੇ ਤੇ ਹੀ ਉੱਥੇ ਚਲੋ ਇਹ ਵੀ ਪਾਸ ਕਰਾ ਲਓ, ਇਹ ਵੀ ਪਾਸ ਕਰਾ ਲਓ, ਇਹ 4-5 ਨਹੀਂ ਹੋਣਗੀਆਂ, ਹੋ ਸਕਦਾ 7-8 ਕੁਝ ਇਸ ਤਰ੍ਹਾਂ ਦੇ ਬਿੱਲ ਪੇਸ਼ ਕੀਤੇ ਜਾਣ ਜੋ ਆਪਣੇ ਆਪ ਵਿੱਚ ਹੀ ਕੰਟਰੋਵਰਸੀ ਰੱਖਦੇ ਹੋ। ਭਾਸਕਰ ਸਾਹਿਬ, ਤੁਹਾਡੇ ਸ਼ਹਿਰ ਜਲੰਧਰ ਦੇ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਦੀ ਯੋਗਾ ਕਲਾਸ ਹੈ ਔਰ ਮੈਂ ਉਹਨਾਂ ਦੀ ਫੋਟੋ ਦੇਖ ਰਿਹਾ, ਉਹ ਬੜੇ ਸੋਹਣੇ ਮੁਦਰਾ ਦੇ ਵਿੱਚ ਪਰਨਾ ਬੰਨ ਕੇ ਤੇ ਬੈਠੇ ਹੋਏ ਨੇ। ਉਹਨਾਂ ਦੇ ਆਸ-ਪਾਸ ਕੇਜਰੀਵਾਲ ਨਹੀਂ ਨਜ਼ਰ ਆ ਰਹੇ। ਇਹਦਾ ਮਤਲਬ ਸੈਸ਼ਨ ਦੇ ਵਿੱਚ ਕੇਜਰੀਵਾਲ ਨਹੀਂ ਹਾਜ਼ਰ ਹੋ ਰਹੇ। ਇਹ ਮੋਟੇ ਤੌਰ ਤੇ ਮੰਨ ਲਿਆ ਜਾਵੇ, ਜੇ ਉਹ ਹੁੰਦੇ ਤਾਂ ਜਲੰਧਰ ਦੇ ਵਿੱਚ ਕੁਦਰਤੀ ਤੌਰ ਤੇ ਇਸ ਮੌਕੇ ਵੱਡੇ ਇਵੈਂਟ 'ਚ ਸ਼ਾਮਲ ਹੁੰਦੇ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਕੇਜਰੀਵਾਲ ਸਾਹਿਬ ਹਾਜ਼ਰ ਹੋਣਗੇ, ਆਖਰੀ ਮੂਮੈਂਟ ਦੇ ਉੱਤੇ ਕੇਜਰੀਵਾਲ ਸਾਹਿਬ ਨਹੀਂ ਆ ਰਹੇ। ਇਹਦਾ ਮਤਲਬ ਨਿੰਦਾ ਪ੍ਰਸਤਾਵ ਆ ਰਿਹਾ। ਜੇ ਕੇਜਰੀਵਾਲ ਸਾਹਿਬ ਆਪਣੀ ਹਾਜ਼ਰੀ 'ਚ ਕਰਾਉਂਦੇ ਤਾਂ ਰੌਲਾ ਇਹ ਪੈਣਾ ਸੀ ਕਿ ਉਹ ਡਿਕਟੇਟ ਕਰ ਰਿਹਾ ਜੀ। ਭਗਵੰਤ ਮਾਨ ਪਤਾ ਨਹੀਂ ਸਹਿਮਤ ਸੀ ਕਿ ਨਹੀਂ ਸਹਿਮਤ ਸੀ, ਉਹਨਾਂ ਨੇ ਬਹਿ ਕੇ ਕਰਾਇਆ। ਦੂਜੀ ਗੱਲ, ਜਿੰਨਾ ਬਿਜ਼ਨਸ ਆ ਰਿਹਾ, ਜਿਸ ਤਰ੍ਹਾਂ ਦਾ ਅਗਰੈਸ਼ਨ, ਜਿਸ ਤਰ੍ਹਾਂ ਦਾ ਹਮਲਾਵਰਤਾ ਆ ਰਹੀ ਆ, ਇੱਕ ਤਰ੍ਹਾਂ ਨਾਲ ਮੁੱਖ ਮੰਤਰੀ ਦੇ ਪਹਿਲਾਂ ਅਸਰਟ ਕਰਨ ਦੀ ਗੱਲ ਆਉਂਦੀ ਸੀ, ਮੈਨੂੰ ਲੱਗਦਾ ਹੁਣ ਲੀਡ ਕਰਨ ਦੀ ਗੱਲ ਆ ਰਹੀ ਆ। ਜਲੰਧਰ ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਮੁੱਖ ਮੰਤਰੀ, ਜਿਵੇਂ ਉਹ ਇੰਡੀਆ ਟੀਵੀ ਦੇ ਸ਼ੋਅ ਦੇ ਵਿੱਚ ਰਜਤ ਸ਼ਰਮਾ ਦੀ ਆਪ ਕੀ ਅਦਾਲਤ ਵਿੱਚ ਉਹ ਗੀਤ ਸੁਣਾ ਕੇ ਆਏ ਆ, ਜਿੰਨਾ ਉਹ ਕੌਨਫੀਡੈਂਸ ਦਿਖਾ ਕੇ ਆਏ ਆ, ਮੈਨੂੰ ਲੱਗਦਾ ਕਿ ਇਹ ਕਾਫੀ ਅਹਿਮ ਮੂਵ ਹੈ ਅੱਜ ਦੀ। ਮੈਂ ਚਾਹੂੰਗਾ ਇੰਦਰਪ੍ਰੀਤ ਜੀ ਤੁਹਾਡੇ ਕੋਲ ਇਸ ਗੱਲ ਤੇ ਜਾਣਾ ਕਿ ਕੱਲ ਸੈਸ਼ਨ ਦੀ ਰਸਮ ਤੋਂ ਬਾਅਦ ਜਦੋਂ ਬਾਹਰਲੇ ਬੰਨੇ ਕੈਮਰੇ ਇੱਧਰ ਉੱਧਰ ਭੱਜ ਨੱਠ ਕਰ ਰਹੇ ਸੀ ਤੇ ਸੁਖਪਾਲ ਸਿੰਘ ਖਹਿਰਾ ਨਾਲ ਮੀਡੀਆ ਦਾ ਭੇਚਾ ਫਸ ਗਿਆ। ਹੁਣ ਸੁਖਪਾਲ ਸਿੰਘ ਖਹਿਰਾ ਦੇਰ ਤੋਂ ਇਲਜ਼ਾਮ ਲਾਉਂਦੇ ਨੇ ਕਿ ਮੇਰੀਆਂ ਪ੍ਰੈਸ ਕਾਨਫਰੰਸ ਕਵਰ ਨਹੀਂ ਹੁੰਦੀਆਂ। ਬੜੇ ਮੀਡੀਆ ਹਾਊਸਸ ਆਪ ਭਾਵੇਂ ਜਾਂਦੇ ਨੇ, ਚਲਾਉਂਦੇ ਨਹੀਂ, ਚਲਦੀ ਹੋਈ ਰੋਕ ਦਿੰਦੇ ਨੇ। ਉਹ ਕਹਿੰਦੇ ਜੀ ਇੱਥੇ ਕੇਜੀ ਮੀਡੀਆ, ਇਹ ਰੌਲਾ ਬੜੀ ਦੇਰ ਦਾ ਪੈ ਰਿਹਾ। ਤੇ ਕੱਲ ਤਾਂ ਸਿੱਧੇ ਹੋ ਗਏ। ਇੱਕ ਟੀਵੀ ਚੈਨਲ ਦੇ ਪੱਤਰਕਾਰ ਨਪਿੰਦਰ ਬਰਾੜ ਨਾਲ ਤੂੰ ਮੈਂ ਤੇ ਆ ਗਈ ਗੱਲ। ਖਹਿਰਾ ਵੀ ਕਹਿੰਦੇ ਚੱਕ ਕੇ ਲੈ ਜਾਓ ਤੁਸੀਂ ਆਪਣੇ ਸਾਰੇ। ਹੁਣ ਖਹਿਰਾ ਇੱਥੇ ਮੈਨੂੰ ਉਸ ਜਗ੍ਹਾ ਤੱਕ ਤਾਂ ਠੀਕ ਲੱਗਦੇ ਆ ਵੀ ਜਿੱਥੇ ਕਹਿੰਦੇ ਮੀਡੀਆ ਪੱਖਪਾਤ ਕਰਦਾ, ਪਰ ਮੈਨੂੰ ਖਹਿਰਾ ਕਿਸੇ ਵਿਅਕਤੀ ਵਿਸ਼ੇਸ਼, ਇੱਕ ਪੱਤਰਕਾਰ ਜਿਹਦਾ ਰੋਲ ਬਹੁਤ ਸੀਮਤ ਹੈ। ਮੈਂ ਫਿਰ ਇੱਕ ਵਾਰੀ ਕਹਿ ਦਿਆਂ, ਨਪਿੰਦਰ ਬਰਾੜ ਦੀ ਆਲੋਚਨਾ ਕਰਨ ਵਾਲੇ ਜਾਂ ਕਿਸੇ ਹੋਰ ਪੱਤਰਕਾਰ ਦੀ ਆਲੋਚਨਾ ਕਰਨ ਵਾਲੇ ਸਮਝ ਲੈਣ ਕਿ ਇੱਕ ਪੱਤਰਕਾਰ ਕੀ ਕੋਈ ਫੀਡ ਚਲਾਉਣ ਲਈ, ਕੋਈ ਲਾਈਵ ਚਲਾਉਣ ਲਈ, ਕੋਈ ਖਬਰ ਚਲਾਉਣ ਲਈ ਪੂਰੀ ਤਰ੍ਹਾਂ ਆਜ਼ਾਦ ਹੈ। ਸੋ ਮੈਂ ਇੰਦਰਪ੍ਰੀਤ ਜੀ, ਮੈਂ ਪੱਤਰਕਾਰਾਂ ਦੀ ਸਾਈਡ ਨਹੀਂ ਲੈ ਰਿਹਾ, ਮੈਂ ਸੁਖਪਾਲ ਸਿੰਘ ਖਹਿਰਾ ਦੀ ਸਾਈਡ ਨਹੀਂ ਲੈ ਰਿਹਾ, ਮੈਂ ਕਿਸੇ ਦੀ ਆਲੋਚਨਾ ਵੀ ਨਹੀਂ ਕਰ ਰਿਹਾ, ਪਰ ਪਰਿਸਥਿਤੀਆਂ ਬੜੀਆਂ ਆਲੋਚਨਾਤਮਕ ਹੋ ਗਈਆਂ, ਬੜੀਆਂ ਟੇਢੀਆਂ ਮੇਢੀਆਂ ਹੋ ਗਈਆਂ। ਜ਼ੁਬਾਨ ਦਿਓ ਜ਼ਰਾ, ਅਸੀਂ ਸਾਰੇ ਲੋਕ ਕਟਹਿਰੇ 'ਚ ਖੜੇ ਹੋਏ ਪਏ ਹਾਂ। ਰੰਧਾਵਾ ਸਾਹਿਬ, ਜਿਹੜੀ ਗੱਲ ਤੁਸੀਂ ਕੀਤੀ ਹੈਗੀ ਹੈ ਉਹ ਇਸ ਕਰਕੇ ਇੰਪੋਰਟੈਂਟ ਹੈ ਹੀ ਹੈ ਕਿ ਬਹੁਤ ਟਾਈਮ ਤੋਂ ਸੁਖਪਾਲ ਖਹਿਰਾ ਇਹ ਐਲੀਗੇਸ਼ਨ ਲਗਾ ਰਹੇ ਹੈ ਕਿ ਉਹਨਾਂ ਦੀ ਪ੍ਰੈਸ ਕਾਨਫਰੰਸ ਕਵਰ ਨਹੀਂ ਕੀਤੀਆਂ ਜਾ ਰਹੀਆਂ, ਜਾਂ ਉਹਨਾਂ ਦੀ ਪ੍ਰੈਸ ਕਾਨਫਰੰਸ, ਚਲਦੀ ਹੋਈ ਪ੍ਰੈਸ ਕਾਨਫਰੰਸ ਦੇ ਵਿੱਚੋਂ ਪੱਤਰਕਾਰਾਂ ਨੂੰ ਉਠਾ ਲਿਆ ਜਾਂਦਾ ਹੈ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨੇ, ਔਰ ਉਹਨਾਂ ਦਾ ਕੱਲ ਇਹ ਗੁੱਸਾ ਫੁੱਟ ਵੀ ਗਿਆ ਜਦੋਂ ਸਾਰੇ ਮਾਈਕ ਲਗਾ ਰਹੇ ਸੀ, ਮਾਈਕ ਅੱਗੇ ਤੋਂ ਅੱਗੇ ਆਪਣਾ ਰੱਖਣ ਦੀ ਕੋਸ਼ਿਸ਼ ਕਰਦੇ ਆ, ਤਾਂ ਉਹਨਾਂ ਨੇ ਕਿਹਾ ਵੀ ਯਾਰ ਮਾਈਕ ਉਹੀ ਬੰਦੇ ਲਗਾਓ ਜਿਹੜੇ ਬੰਦਿਆਂ ਨੇ ਮੇਰੀ ਪ੍ਰੈਸ ਕਾਨਫਰੰਸ ਕਵਰ ਕਰਨੀ ਹੈ, ਬਾਕੀ ਬਾਹਰ ਜਾਓ। ਸੋ ਇਸ ਤਰ੍ਹਾਂ ਦੀ ਤਿੱਖੀ ਜਿਹੜੀ ਭਾਸ਼ਾ ਜਿਹੜੀ ਹੁੰਦੀ ਹੈ ਮੀਡੀਆ ਪ੍ਰਤੀ, ਉੱਥੋਂ ਦੀ ਠੀਕ ਹੈ ਕਿ ਪੱਤਰਕਾਰ ਨਹੀਂ ਡਿਸਾਈਡ ਕਰਦੇ ਕਿ ਉਹਨੇ ਕਰਨੀ ਹੈ ਕਿ ਨਹੀਂ। ਕਈ ਵਾਰ ਮੈਨੇਜਮੈਂਟ ਡਿਸਾਈਡ ਕਰਦੀਆਂ ਨੇ ਕਿ ਕਿਹਦੀ ਖਬਰ ਲਗਾਣੀ ਹੈ, ਕਿਹਦੀ ਹਟਾਣੀ ਹੈ। ਇਹ ਸਾਰਾ ਪੱਤਰਕਾਰ ਦੇ ਵੱਸ ਨਹੀਂ ਹੁੰਦਾ। ਇਸ ਕਰਕੇ ਪੱਤਰਕਾਰਾਂ ਦੇ ਉੱਤੇ ਗੁੱਸਾ ਕੱਢਣਾ ਮੈਨੂੰ ਲੱਗਦਾ ਖਹਿਰਾ ਸਾਹਿਬ ਦਾ ਜਾਇਜ਼ ਨਹੀਂ ਹੈ। ਉਹਨਾਂ ਨਾਲ ਤਾਂ ਉਹਨਾਂ ਨੂੰ ਦੋਸਤੀ ਰੱਖਣੀ ਹੀ ਚਾਹੀਦੀ ਹੈ। ਫਿਰ ਦੂਸਰੀ ਗੱਲ ਕਈ ਵਾਰੀ ਇਹ ਵੀ ਹੁੰਦੀ ਹੈ ਵੀ ਖਹਿਰਾ ਸਾਹਿਬ, ਮੈਂ ਪਹਿਲਾਂ ਵੀ ਸ਼ਾਇਦ ਇੱਕ ਵਾਰੀ ਇਸੇ ਪਲੇਟਫਾਰਮ ਤੇ ਕਿਹਾ ਸੀ ਕਿ ਖਹਿਰਾ ਸਾਹਿਬ ਬਹੁਤ ਤਿਆਰੀ ਨਾਲ ਕਿਸੇ ਚੀਜ਼ ਨੂੰ ਚੱਕਦੇ ਆ, ਉਹਨਾਂ ਦੇ ਚੱਕਣ ਦੇ ਉੱਤੇ ਕਿਸੇ ਨੂੰ ਕੋਈ ਦੁੱਖ ਨਹੀਂ, ਪਰ ਜਿਸ ਤਰ੍ਹਾਂ ਦੀ ਉਹ ਸ਼ਬਦਾਵਲੀ ਫਿਰ ਯੂਜ਼ ਕਰਦੇ ਆ, ਉਦਾਂ ਲੱਗਦਾ ਕਿ ਜਿਵੇਂ ਸਿੱਧੀ ਬੰਦੇ ਦੇ ਨਾ ਜਾਣ ਬੁੱਝ ਕੇ ਉਹਨੂੰ ਟਾਰਗੇਟ ਕਰਕੇ ਮਾਰੀ ਜਾ ਰਹੀ ਹੁੰਦੀ ਹੈ। ਤਾਂ ਜਦੋਂ ਤੁਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਕਰਦੇ ਹੋ ਤਾਂ ਫਿਰ ਅਸੀਂ ਸਾਹਮਣੇ ਵਾਲੇ ਤੋਂ ਵੀ ਅਪੇक्षा ਕਰੀਏ ਕਿ ਉਹ ਫੁੱਲ ਬਰਸਾਏਗਾ, ਮੈਨੂੰ ਲੱਗਦਾ ਕਿ ਇਹ ਸੰਭਵ ਨਹੀਂ ਹੁੰਦਾ। ਉਹ ਵੀ ਫਿਰ ਜਿੰਨਾ ਕੁ ਜ਼ੋਰ ਉਹਦੇ 'ਚ ਹੁੰਦਾ ਉਹ ਵੀ ਉਨਾ ਕੁ ਕਰਦਾ ਹੈ। ਖਾਸ ਤੌਰ ਤੇ ਹੁਣ ਉਦੋਂ ਜਦੋਂ ਤੁਸੀਂ ਸਰਕਾਰ ਦੇ ਉੱਤੇ ਕਰ ਰਹੇ ਹੋ ਤਾਂ ਸਰਕਾਰ ਕੋਲ ਤਾਂ ਫਿਰ ਬਹੁਤ ਹੱਥਕੰਡੇ ਨੇ ਤੁਹਾਡੀਆਂ ਪ੍ਰੈਸ ਕਾਨਫਰੰਸਾਂ ਨੂੰ ਰੋਕਣ ਲਈ ਜਾਂ ਪ੍ਰੈਸ ਕਾਨਫਰੰਸ ਚੱਲਣ ਨਾ ਦੇਣ ਲਈ। ਇਸ ਤਰ੍ਹਾਂ ਦੇ ਬਹੁਤ ਹੱਥਕੰਡੇ ਨੇ, ਫਿਰ ਉਹ ਕਰਦੇ ਹੀ ਨੇ।
ਪਰ ਫਿਰ ਮੈਂ ਬਾਰ-ਬਾਰ ਇਹ ਕਹੂੰਗਾ ਕਿ ਜਿਹੜੇ ਮੀਡੀਆ ਕਰਮੀ ਨੇ ਉਹ ਆਪਣਾ ਕੰਮ ਹੀ ਕਰ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਨੇ ਤਨਖਾਹਾਂ ਜਿਹੜੀਆਂ ਨੇ ਆਪਣੇ ਮੀਡੀਆ ਹਾਊਸਿਸ ਤੋਂ ਲੈਣੀਆਂ ਨੇ, ਨਾ ਕਿ ਸੁਖਪਾਲ ਖਹਿਰਾ ਜਾਂ ਉਹਨਾਂ ਵਰਗੇ ਕਿਸੇ ਹੋਰ ਬੰਦੇ ਤੋਂ ਲੈਣੀਆਂ। ਸੋ ਉਹਨਾਂ ਨਾਲ ਇਹ ਜਾਤੀਆਂ ਨਾ ਕਰੋ। ਬਾਕੀ ਠੀਕ ਹੈ, ਤੁਸੀਂ ਆਪਣੀ ਜੇ ਗੱਲ ਕਰਨੀ ਹੈ ਮੀਡੀਆ ਹਾਊਸਿਸ ਦੇ ਜਿਹੜੇ ਮੈਨੇਜਮੈਂਟ ਦੇ ਬੰਦੇ ਆ ਉਹਨਾਂ ਨਾਲ ਸਿੱਧਾ ਡਾਇਰੈਕਟ ਜਾ ਕੇ ਗੱਲ ਕਰ ਲਓ ਵੀ ਮੇਰੀ ਕਿਉਂ ਨਹੀਂ ਛਪ ਰਹੀ, ਜਾਂ ਕਿਉਂ ਤੁਸੀਂ ਲਗਾ ਨਹੀਂ ਰਹੇ, ਕਿਉਂ ਦਿਖਾ ਨਹੀਂ ਰਹੇ। ਇਹ ਗੱਲਾਂ ਕੀਤੀਆਂ ਜਾ ਸਕਦੀਆਂ, ਉਹ ਕਰਦੇ ਰਹੇ ਨੇ ਪਹਿਲਾਂ ਜਿਹੜੇ ਵੱਡੇ ਨੇਤਾ ਹੁੰਦੇ ਸੀਗੇ ਵੀ ਯਾਰ ਸਾਨੂੰ ਤੁਸੀਂ ਘੱਟ ਦਿਖਾ ਰਹੇ ਹੋ, ਇਤਰਾਜ਼ ਜਤਾਉਂਦੇ ਆ। ਔਰ ਮੈਨੂੰ ਨਹੀਂ ਲੱਗਦਾ ਕੋਈ ਮੀਡੀਆ ਹਾਊਸ ਜਿਹੜਾ ਹੈਗਾ ਫਿਰ ਉਹਨਾਂ ਦੇ ਇਤਰਾਜ਼ ਨੂੰ ਲੈਂਦਾ ਨਹੀਂ, ਉਹਨਾਂ ਨੂੰ ਲੈਂਦਾ ਔਰ ਜਗ੍ਹਾ ਵੀ ਦਿੰਦੇ ਹੈਗੇ। ਭਾਸਕਰ ਸਾਹਿਬ, ਮੈਂ ਇਸ ਮੁੱਦੇ ਨੂੰ ਤੁਹਾਡੇ ਕੋਲ ਇਦਾਂ ਲੈ ਕੇ ਆਉਣਾ ਚਾਹੁੰਦਾ ਕਿ ਮਾਮਲਾ ਖਹਿਰਾ ਸਰਬਜੀਤ ਕੌਰ ਮਾਣੂਕੇ ਦਾ ਲਿਆ ਰਹੇ ਸੀ। ਬੀਬੀ ਮਾਣੂਕੇ ਪਿਛਲੇ ਦਿਨਾਂ 'ਚ ਬੜੇ ਚਰਚਾ 'ਚ ਰਹੇ, ਕੋਠੀ ਨੂੰ ਲੈ ਕੇ, ਉਹਦੀ ਇਕਰਾਰਨਾਮੇ ਨੂੰ ਲੈ ਕੇ, ਉਹਦੀ ਲੀਜ਼ ਡੀਡ ਨੂੰ ਲੈ ਕੇ, ਜੋ ਕੁਝ ਵੀ ਸੀਗਾ। ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਉਹ ਜਿਹੜੀਆਂ NRI ਔਰਤਾਂ ਕੱਲ ਮੀਡੀਆ ਸਾਹਮਣੇ ਰੂਬਰੂ ਹੋ ਰਹੀਆਂ ਸੀਗੀਆਂ, ਮਾਣੂਕੇ ਨੂੰ ਲੈ ਕੇ ਸਰਕਾਰ ਦਾ ਕੋਈ ਰੁਖ ਸਾਫ਼ ਹੋਇਆ? ਮੈਂ ਜ਼ਰੂਰ ਇਹ ਪੁੱਛਣਾ ਚਾਹੂੰਗਾ ਤੁਹਾਡੇ ਤੋਂ ਕਿ ਮੁੱਦਾ ਕਾਫੀ ਅਹਿਮ ਬਣ ਗਿਆ, ਇੰਜ ਲੱਗਦਾ ਜਿਵੇਂ ਕਟਹਿਰੇ 'ਚ ਨੇ ਵਿਧਾਇਕ। ਕੀ ਕਹਿੰਦੇ ਹੋ? ਬਿਲਕੁਲ, ਵਿਧਾਇਕ ਕਟਹਿਰੇ 'ਚ ਨੇ। ਜਦ ਉਹਨਾਂ ਨੇ ਇਹ ਮਕਾਨ ਲਿੱਤਾ ਸੀਗਾ ਤਦ ਇਹ ਕਿਹਾ ਸੀਗਾ ਕਿ ਕਰਮਜੀਤ ਸਿੰਘ ਸੰਧੂ ਉਹਨਾਂ ਤੋਂ 25,000 ਰੁਪਏ ਕਿਰਾਏ ਤੇ ਲਿੱਤਾ ਗਿਆ। ਕਰਮਜੀਤ ਸਿੰਘ ਸੰਧੂ ਉਹਨਾਂ ਦੇ ਖਿਲਾਫ ਵੀ ਐਕਸ਼ਨ ਦੀ ਤਿਆਰੀ, ਬਿਆਨਬਾਜ਼ੀ, ਉਹ ਅਮਰਜੀਤ ਕੌਰ ਉਹਨਾਂ ਦੀ ਨੂੰਹ, ਉਹਨਾਂ ਨੇ ਬਿਆਨਬਾਜ਼ੀ ਕਰਨ ਤੋਂ ਬਾਅਦ ਇਹ ਗੱਲ ਨਿਕਲ ਕੇ ਆਈ ਕਿ ਜੋ ਵੀ ਉਹਦੀ ਰਜਿਸਟਰੀ ਹੋਈ ਸੀ ਉਹ ਫੇਕ ਪਾਵਰ ਆਫ ਅਟਾਰਨੀ ਦੇ ਉੱਤੇ ਹੋਈ ਸੀ। ਇਸ ਕਰਕੇ ਪਹਿਲੇ ਐਕਸ਼ਨ ਹੁੰਦਾ ਮਾਨੂਕੇ ਚਾਬੀਆਂ ਦੇ ਦਿੰਦੀ ਹੈ ਕਰਮਜੀਤ ਸਿੰਘ ਸੰਧੂ ਉਹਨਾਂ ਨੂੰ। ਕਰਮਜੀਤ ਸਿੰਘ ਸੰਧੂ ਉਹਨਾਂ ਕੰਪਲੇਂਟ ਕਰਦੇ ਨੇ ਕਿ ਮੈਨੂੰ ਵੀ ਬੇਵਕੂਫ ਬਣਾਇਆ ਗਿਆ, 13,60,000 ਰੁਪਏ ਦੇ ਵਿੱਚ ਇਹ ਉਹਨਾਂ ਨੇ ਕੋਠੀ ਖਰੀਦੀ ਸੀ ਅਸ਼ੋਕ ਕੁਮਾਰ ਤੋਂ, ਤੇ ਅਸ਼ੋਕ ਕੁਮਾਰ ਕੋਲ ਪਾਵਰ ਆਫ ਅਟਾਰਨੀ ਜਾਲੀ ਸੀਗੀ, ਜਿਹਦੀ ਗੱਲ ਉਹ NRI ਪਰਿਵਾਰ ਸ਼ੁਰੂ ਤੋਂ ਕਰ ਰਿਹਾ ਹੈ। ਪਰ NRI ਪਰਿਵਾਰ ਨੂੰ ਹਜੇ ਤੱਕ ਕੋਈ ਰਾਹਤ ਨਹੀਂ ਮਿਲੀ। ਮਾਨੂਕੇ ਉਹਨਾਂ ਬਚਣ ਦੀ ਕੋਸ਼ਿਸ਼ ਕਰ ਰਹੇ ਆ ਗੱਲ ਕਰਮਜੀਤ ਸਿੰਘ ਸੰਧੂ ਉਹਨਾਂ ਤੇ ਪਾ ਕੇ, ਕਰਮਜੀਤ ਸਿੰਘ ਸੰਧੂ ਬਚਣ ਦੀ ਕੋਸ਼ਿਸ਼ ਕਰ ਰਹੇ ਆ ਅਸ਼ੋਕ ਕੁਮਾਰ ਤੇ ਪਾ ਕੇ। ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਦਾ ਕੱਲ ਮੀਡੀਆ ਦੇ ਨਾਲ ਪੰਗਾ ਹੋਇਆ, ਉਹਨਾਂ ਨੇ ਅਸ਼ੋਕ ਕੁਮਾਰ ਦੀ ਫੋਟੋ ਮਾਨੂਕੇ ਉਹਨਾਂ ਦੇ ਦਫ਼ਤਰ ਦੇ ਵਿੱਚ ਇੱਕ ਨਸ਼ਰ ਕੀਤੀ ਕਿ ਉਹ ਵੀ ਉਹਨਾਂ ਦਾ ਹੀ ਬੰਦਾ ਹੈ। ਹੁਣ ਸਾਰੀ ਗੱਲਾਂ ਦੇ ਉੱਤੇ ਜਿੱਦਾਂ ਕਹਿੰਦੇ ਨੇ ਇੱਕ ਵਾਰ ਗਲਤ ਐਂਟਰੀ ਕਰ ਦੋ, ਉਸ ਤੋਂ ਬਾਅਦ ਐਂਟਰੀ ਰਿਵਰਸ ਕਰਨੀ ਪੈਂਦੀ ਹੈ। ਉਸ ਕਵਾਇਦ ਦੇ ਵਿੱਚ ਮਾਨੂਕੇ ਉਹਨਾਂ ਜ਼ਰੂਰ ਨਜ਼ਰ ਆਉਂਦੀ ਹੈ, ਪਰ ਸਰਕਾਰ ਦਾ ਰੁਖ ਇਸ ਮੁੱਦੇ ਦੇ ਉੱਤੇ ਹਜੇ ਤੱਕ ਸਾਹਮਣੇ ਨਹੀਂ ਆਇਆ। ਇਹ ਬੜੀ ਅਜੀਬ ਜੀ ਗੱਲ ਹੈਗੀ ਹੈ, ਕਿਉਂਕਿ ਸਰਕਾਰ ਦਾ ਰੁਖ ਕਈ ਵਾਰ ਇਸ ਤਰ੍ਹਾਂ ਦੇ ਮੁੱਦੇ ਦੇ ਉੱਤੇ ਕਦੀ ਵੀ ਸਾਹਮਣੇ ਨਹੀਂ ਆਇਆ ਜਿਹਦੇ ਵਿੱਚ ਉਹਨਾਂ ਦੇ ਆਪ ਦੇ MLA ਜਾਂ ਮੰਤਰੀ ਕੰਟਰੋਵਰਸੀਜ਼ ਦੇ ਵਿੱਚ ਹੋਣ। ਕਟਾਰੂ ਚੱਕ ਦੇ ਮੁੱਦੇ ਦੇ ਉੱਤੇ ਵੀ ਹਜੇ ਤੱਕ ਸਰਕਾਰ ਦਾ ਐਗਜ਼ੈਕਟ ਰੁਖ ਕੀ ਹੋਣਾ ਚਾਹੀਦਾ, ਕੀ ਨਹੀਂ ਹੋਏਗਾ, ਕੀ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਕੈਬਨਿਟ ਤੋਂ ਕੱਢਿਆ ਜਾਣਾ ਚਾਹੀਦਾ ਹੈ, ਇਹਦੇ ਉੱਤੇ ਵੀ ਸਰਕਾਰ ਹਜੇ ਤੱਕ ਪਾਕ ਸਾਫ਼ ਨਹੀਂ ਹੈ ਜਾਂ ਆਪਣਾ ਪੱਖ ਪੇਸ਼ ਨਹੀਂ ਕੀਤਾ। ਉਦਾਂ ਹੀ ਮਾਨੂਕੇ ਦੇ ਮੁੱਦੇ ਦੇ ਉੱਤੇ ਮੀਡੀਆ ਟ੍ਰਾਇਲ ਜ਼ਰੂਰ ਚੱਲ ਰਿਹਾ ਹੈ, ਪਰ ਸਰਕਾਰ ਇਹਦੇ ਉੱਤੇ ਕੀ ਕਰ ਰਹੀ ਹੈ ਉਹ ਹਜੇ ਤੱਕ ਗੱਲ ਸਾਹਮਣੇ ਨਹੀਂ ਹੈ। ਇੰਦਰਪ੍ਰੀਤ ਜੀ, ਅੱਜ ਸੁਖਪਾਲ ਸਿੰਘ ਖਹਿਰਾ ਤੇ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ 2 ਦਿਨ ਪਹਿਲਾਂ ਵੀ ਪ੍ਰੈਸ ਕਾਨਫਰੰਸ ਇਸੇ ਮੁੱਦੇ ਤੇ ਕੀਤੀ ਸੀਗੀ, ਉਸੇ ਹੀ NRI ਔਰਤ ਨੂੰ ਕੋਲ ਬਿਠਾ ਕੇ ਕੀ ਅੱਜ ਵਿਧਾਨ ਸਭਾ ਦੇ ਵਿੱਚ ਇਸ ਮੁੱਦੇ ਨੂੰ ਉਠਾਉਣ ਦੇ ਸਮਰੱਥ ਹੋ ਸਕਣਗੇ? ਕੀ ਸੱਤਾਧਾਰੀ ਧਿਰ ਉਹਨਾਂ ਨੂੰ ਇੰਨਾ ਕੁ ਬੋਲਣ ਲਈ ਸਮਾਂ ਫਰਾਹਮ ਕਰਾ ਦੇਣਗੇ, ਜਾਂ ਫਿਰ ਇਹ ਜਿਹੜਾ ਸਪੀਕਰ ਦੇ ਸਾਹਮਣੇ ਵੈਲ ਦੇ ਵਿੱਚ ਉਹ ਖੂਹ ਜਿਹੇ ਦੇ ਵਿੱਚ ਜਾ ਕੇ ਖੂਹ ਵਾਲੀ ਆਵਾਜ਼ ਹੀ ਬਾਹਰ ਆਊਗੀ ਕਿ ਦੂਰੋਂ ਕਿਤੇ ਕੈਮਰੇ 'ਚ ਸੁਣੀ ਜਾਊਗੀ ਜਾਂ ਕੈਮਰੇ ਆਡੀਓ ਬੰਦ ਹੋਊਗੀ? ਸਾਰੇ ਸਵਾਲ ਕੀ ਇਸ ਵਿਧਾਨ ਸਭਾ ਦੇ ਇਸ ਖਾਸ ਸੈਸ਼ਨ 'ਚ ਇਹ ਮਾਮਲਾ ਤਵੱਜੋਂ ਲੈ ਕੇ ਕਿਸੇ ਕਾਰਵਾਈ ਲਈ ਆਦੇਸ਼ਾਂ ਤੱਕ ਚਲੇ ਜਾਊਗਾ ਕਿ ਨਹੀਂ, ਜਾਂ ਉਹ NRI ਜਿਹੜੇ ਇੱਥੇ ਹੁਣ ਆਉਣ ਤੋਂ ਡਰਦੇ ਨੇ, ਪੈਸਾ ਲਾਉਣ ਤੋਂ ਡਰਦੇ ਨੇ, ਆਪਣੀਆਂ ਜ਼ਮੀਨਾਂ ਵੇਚਣ ਲਈ ਕਾਹਲੇ ਨੇ, ਜਿਹੜੇ ਇੱਥੇ ਆਉਣ ਲੱਗਿਆਂ ਵੀ ਸੋਚਦੇ ਆ ਕਿ 2-4 ਦਿਨ ਦੀ ਕੰਮ ਮੁਕਾ ਕੇ ਆ ਜਾਓ, ਪਤਾ ਨਹੀਂ ਕਿਸੇ ਪੰਗੇ 'ਚ ਨਾ ਫਸ ਜਾਈਏ? ਕੀ ਸੱਚਮੁੱਚ ਇਸ ਮਾਮਲੇ 'ਚ ਸਰਕਾਰ ਸੁਹਿਰਦ ਨਜ਼ਰ ਆਊਗੀ? ਹਰਿੰਦਰ ਸਾਹਿਬ, ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜਾ ਪ੍ਰੋਗਰਾਮ ਜਾਰੀ ਹੋਇਆ ਉਹਦੇ ਵਿੱਚ ਪਹਿਲਾ ਹੀ ਜਿਹੜਾ ਏਜੰਡਾ ਹੈ ਉਹ ਇਹੀ ਹੈ ਕਿ ਇੱਕ ਮਿਨਿਸਟਰ ਨੇ ਪਹਿਲਾਂ ਹੀ ਇਹ ਉੱਠ ਕੇ ਦੱਸਣਾ ਹੈ ਕਿ ਅੱਜ ਨਾ ਤਾਂ ਕੋਈ ਪ੍ਰਸ਼ਨ ਕਾਲ ਹੋਏਗਾ, ਨਾ ਹੀ ਕੋਈ ਜ਼ੀਰੋ ਆਵਰ ਹੋਏਗਾ, ਨਾ ਹੀ ਕਾਲ ਅਟੈਂਸ਼ਨ ਆਣਗੀਆਂ। ਜਿੰਨਾ ਵੀ ਬਿਜ਼ਨਸ ਹੈਗਾ ਰੂਟੀਨ ਵਾਲਾ ਜਿਹੜਾ ਹੁੰਦਾ ਹੈ ਉਹ ਨਹੀਂ ਹੋਏਗਾ। ਸਿਰਫ ਫੋਕਸਡ ਜਿਹੜੇ ਏਜੰਡੇ ਨੇ ਉਹਨਾਂ ਦੇ ਉੱਤੇ ਹੀ ਗੱਲਬਾਤ ਹੋਏਗੀ। ਸੋ ਮੈਨੂੰ ਨਹੀਂ ਲੱਗਦਾ ਵੀ ਕੋਈ ਟਾਈਮ ਆਪੋਜੀਸ਼ਨ ਲਈ ਰੱਖਿਆ ਗਿਆ ਜਿਹਦੇ ਵਿੱਚ ਉਹ ਇਸ ਤਰ੍ਹਾਂ ਦੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਬੀਬੀ ਮਾਣੂਕੇ ਦੀ ਜਾਂ ਲਾਲਚੰਦ ਕਟਾਰੂ ਚੱਕ ਦੀ ਹੋਵੇ ਜਾਂ ਕਿਸੇ ਹੋਰ ਦੀ ਹੋਵੇ, ਕਿ ਉਹ ਕੋਈ ਚੱਕ ਸਕਣਗੇ। ਨੋ, ਇਸ ਕਰਕੇ ਹੀ ਜਦੋਂ ਲੀਡਰ ਆਫ ਆਪੋਜੀਸ਼ਨ ਉੱਠਣਗੇ ਤੇ ਉਹਨਾਂ ਨੂੰ ਟਾਈਮ ਨਹੀਂ ਮਿਲੂਗਾ ਤਾਂ ਨੈਚੁਰਲੀ ਹੈ ਕਿ ਜਿਹੜਾ ਇਸ ਤੇ ਵਿਵਾਦ ਖੜਾ ਹੋਏਗਾ ਹੀ ਹੋਏਗਾ। ਔਰ ਇਹ ਹੋ ਸਕਦਾ ਹੈ
ਕਿ ਅੱਜ ਉਹ ਸ਼ੋਰ ਸ਼ਰਾਬੇ ਦੇ ਵਿੱਚ ਹੀ ਜ਼ਿਆਦਾਤਰ ਟਾਈਮ ਲੰਘੇ। ਮੇ ਵੀ ਸਰਕਾਰ ਉਹਨਾਂ ਨੂੰ ਮਾਰਸ਼ਲ ਰਾਹੀਂ ਬਾਹਰ ਕਢਵਾ ਦੇ ਜਾਂ ਉਹ ਖੁਦ ਹੀ ਜਿਹੜਾ ਹੈਗਾ ਵਾਕਆਊਟ ਕਰਕੇ ਚਲੇ ਜਾਣ। ਮੈਨੂੰ ਨਹੀਂ ਲੱਗਦਾ ਕਿ ਅੱਜ ਜਿਹੜੀ ਆਪੋਜੀਸ਼ਨ ਇਸ ਸਥਿਤੀ 'ਚ ਹੋਊਗੀ ਕਿ ਉਹ ਪਾਰਟਿਸਿਪੇਟ ਕਰੇ। ਸੋ ਕਿਉਂਕਿ ਮੈਂ ਜਿਵੇਂ ਦੱਸਿਆ ਕਿ ਸਪੈਸ਼ਲ ਸੈਸ਼ਨ ਹੈ, ਇਹ ਠੀਕ ਹੈ ਕਿ ਸਪੈਸ਼ਲ ਸੈਸ਼ਨ ਫੋਕਸਡ ਹੁੰਦੇ ਆ, ਲੇਕਿਨ ਇੱਕ 0 ਓਵਰ ਜਾਂ ਇੱਕ ਅੱਧ ਮਿੰਟ ਲੀਡਰ ਆਫ ਆਪੋਜੀਸ਼ਨ ਨੂੰ ਸਪੀਕਰ ਸਾਹਿਬ ਅਲਾਉ ਕਰ ਦਿੰਦੇ ਹੁੰਦੇ ਆ। ਉਹਦੇ ਵਿੱਚ ਜੇ ਚੱਕਣਾ ਚਾਹਣ ਔਰ ਇਹ ਅਲਾਉ ਕਰਨ ਤਾਂ ਸ਼ਾਇਦ ਇਹ ਨੂੰ ਕਿਹਦਾ ਜਿਹੜਾ ਮਾਮਲਾ ਹੈਗਾ ਉਹਦੇ ਵਿੱਚ ਆ ਜਾਏ। ਬਿਲਕੁਲ ਠੀਕ ਹੈ ਕਿ ਇਹ ਸਪੀਕਰ ਦੇ ਵਿਵੇਕ ਤੇ ਆ ਕਿ ਉਹ ਹਾਸੇ ਠੱਠੇ ਚ ਕਹਿਣ ਚਲੋ ਬਾਜਵਾ ਸਾਹਿਬ ਤੁਸੀਂ ਲਾ ਲਓ ਚਾਹ, ਆਪਣਾ ਬਣਦਾ ਤਾਂ ਨਹੀਂ ਤੁਹਾਡਾ, ਪਰ ਚਲੋ ਕੋਈ ਗੱਲ ਨਹੀਂ ਤੁਸੀਂ ਕਰ ਲਓ ਜੀ। ਉਹ ਸੰਧਵਾ ਸਾਹਿਬ ਇਸ ਸ਼ੈਲੀ ਲਈ ਜਾਣੇ ਜਾਂਦੇ ਆ। ਹੁਣ ਅੱਜ ਸ਼ੇਰੋ ਸ਼ਾਇਰੀ ਵੀ ਹੁੰਦੀ ਹੈ ਕਿ ਨਹੀਂ, ਕਿਉਂਕਿ ਸ਼ੇਰੋ ਸ਼ਾਇਰੀ ਵਾਲੇ ਬੰਦੇ ਬਹੁਤੇ ਨਹੀਂ ਰਹੇ ਇੱਥੇ, ਤਾਂ ਕੁਲਫੀ ਗਰਮਾ ਗਰਮ ਚੱਲਦੀ ਹੈ ਇੱਥੇ, ਤਾਂ ਅੱਜ ਕੱਲ ਕਿੱਕਲੀਆਂ ਚੱਲਦੀਆਂ ਨੇ ਇੱਥੇ, ਤਾਂ ਕੁਝ ਹੋਰ ਚੱਲ ਸਕਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਕਾਫੀ ਜ਼ਿਆਦਾ ਇਹ ਅਹਿਮ ਸਤਰ ਰਹੂਗਾ ਔਰ ਇਹਦਾ ਬਿਜ਼ਨਸ ਜਿਹੜਾ ਦੇਰ ਤੱਕ ਅਸਰਅੰਦਾਜ਼ ਹੁੰਦਾ ਰਹੂਗਾ। ਅਸੀਂ ਆਖਰੀ ਮੁੱਦਾ ਲੈਣਾ ਸੀ, ਛੱਡ ਰਹੇ ਹਾਂ ਕਿਉਂਕਿ ਇੰਦਰਪ੍ਰੀਤ ਜੀ ਨੇ ਵਿਧਾਨ ਸਭਾ ਦੇ ਵਿੱਚ ਜਾਣਾ ਹੈ ਔਰ ਲਗਭਗ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।